ਸਾਰਿਆਂ ਦਾ ਰੇਡੀਓ ਵਾਈ FM 91.9 ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਂਟਰ ਵਾਈ ਮੀਡੀਆ ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਦੇਖ ਲਾਂਗੇ ਅਸੀਂ ਇੱਕ ਪੰਕਜ ਜੀ ਸਾਡੇ ਨਾਲ ਜੁੜੇ ਨੇ। ਧੀਰਜ ਜੀ ਉਹਨਾਂ ਦੇ ਨਾਲ ਕੁਝ ਗੱਲ ਕਰ ਰਹੇ ਸੀਗੇ, ਸੋ ਉਹਨਾਂ ਦੀ ਧੀਰਜ ਅਨੰਦ ਸਾਹਿਬ ਸਾਡੇ ਕਾਲਰ, ਉਹਨਾਂ ਦੇ ਕੁਝ ਸਵਾਲ ਸੀਗੇ, ਉਹ ਅਸੀਂ ਸ਼ੁਰੂਆਤ ਉੱਥੋਂ ਹੀ ਕਰਾਂਗੇ। ਉਸ ਤੋਂ ਬਾਅਦ ਪੀਕੇ ਜੀ ਨਾਲ ਵੀ ਗੱਲ ਸਾਡੀ ਜਾਰੀ ਰਹੇਗੀ, ਬਾਕੀ ਕਾਲਰਸ ਨਾਲ ਵੀ ਗੱਲ ਜਾਰੀ ਰਹੇਗੀ। ਮੈਂ ਸਵਾਗਤ ਕਰ ਲਵਾਂ ਸਭ ਤੋਂ ਪਹਿਲਾਂ ਪੰਕਜ ਜੀ, ਵੈਲਕਮ ਬੈਕ ਸਰ, ਰੇਡੀਓ ਵਾਈ FM 91.9 ਸਵਾਗਤ ਹੈ। ਥੈਂਕ ਯੂ ਵੈਰੀ ਮਚ ਯੁੱਧਵੀਰ ਜੀ ਤੇ ਮੇਰੇ ਤਰਫੋਂ ਸਭ ਨੂੰ ਗੁੱਡ ਆਫਟਰਨੂਨ ਜੀ। ਗੁੱਡ ਆਫਟਰਨੂਨ ਸਰ। ਔਰ ਤੁਸੀਂ ਇੱਕ ਨੰਬਰ ਨੋਟ ਕਰ ਲਓ ਜਿਨ੍ਹਾਂ ਨੇ ਵੀ ਫੋਨ ਦੇ ਜ਼ਰੀਏ ਜੇ ਸੁਣਨਾ ਹੈ 6479105000 647 910 5000 ਨੰਬਰ ਫਿਰ ਨੋਟ ਕਰੋ 647 910 5000। ਇਹ ਤੁਸੀਂ ਫੋਨ ਦੇ ਉੱਤੇ ਵੀ ਸਾਰਾ ਰੇਡੀਓ ਜਿਹੜਾ ਉਹ ਤੁਸੀਂ ਸੁਣ ਸਕਦੇ ਹੋ। ਧੀਰਜ ਜੀ ਨਾਲ ਸਵਾਗਤ ਕਰ ਲਵਾਂ ਮੈਂ ਜ਼ਰਾ। ਨੈਕਸਟ ਕਾਲ ਜੀ। ਹਾਂਜੀ ਧੀਰਜ ਜੀ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ ਸਰ। ਹਾਂਜੀ ਤੁਸੀਂ ਆਪਣੇ ਸਵਾਲ ਪੁੱਛ ਰਹੇ ਸੀਗੇ, ਪੰਕਜ ਜੀ ਨਾਲ ਨੇ, ਪਲੀਜ਼ ਗੋ ਹੈਡ ਸਰ, ਕੈਰੀ ਔਨ। ਜੀ ਮੁੰਡਾ ਜੀ ਬੋਲ ਰਹੇ ਸੀ, ਪਹਿਲੇ ਕੰਪਲੀਟ ਕਰ ਲੈਣ ਜੀ। ਹਾਂਜੀ ਮੁੰਡਾ ਜੀ। ਨਹੀਂ, ਮੈਂ ਤਾਂ ਇਹ ਕਹਿ ਰਿਹਾ ਸੀਗਾ ਸਰ, ਉਸ ਵੇਲੇ ਉਹ ਟਾਈਮ ਦੀ ਨੀਡ ਸੀ, ਉਸ ਵੇਲੇ ਪੈਸਾ ਲਗਾਉਣਾ ਬਹੁਤ ਜ਼ਰੂਰੀ ਸੀਗਾ। ਅਦਰਵਾਈਜ਼ ਜਿਹੜੀਆਂ ਕੰਪਨੀਆਂ ਬੈਂਕਰਪਟ ਹੋ ਜਾਂਦੀਆਂ ਜਾਂ ਕੁਝ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ, ਉਹ EMPLOYER ਹੀ ਖਤਮ ਹੋ ਜਾਣਾ ਸੀਗਾ। ਸੋ ਉਹ ਇਸ ਵਾਸਤੇ ਉਹ ਪੈਸਾ ਦੇਣਾ ਜ਼ਰੂਰੀ ਸੀਗਾ। ਲੇਕਿਨ ਉਸ ਤੋਂ ਬਾਅਦ ਵੀ ਉਹ ਬਹੁਤ ਦੇਰ ਤੱਕ ਚੱਲਦਾ ਰਿਹਾ, ਉਹ ਗਲਤ ਸੀਗਾ। ਸੋ ਜਦੋਂ ਇਕੋਨਮੀ ਖੁੱਲਣੀ ਸ਼ੁਰੂ ਹੋ ਗਈ ਸੀ, ਜਦੋਂ ਵੈਕਸੀਨ ਲੱਗਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਉਸ ਤੋਂ ਬਾਅਦ ਵੀ ਜਿਹੜਾ ਫਾਲਤੂ ਪੈਸਾ ਦਿੰਦੇ ਰਹੇ, ਉਹ ਚੀਜ਼ਾਂ ਗਲਤ ਹੋਈਆਂ ਨੇ। ਲੇਕਿਨ ਸਟਾਰਟਿੰਗ 'ਚ ਜਿਹੜੀਆਂ ਚੀਜ਼ਾਂ ਹੋਈਆਂ ਸੀ ਉਹ ਸਹੀ ਹੋਈਆਂ ਸੀਗੀਆਂ। ਔਰ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦੇਵਾਂ, ਮੇਰੇ ਖਿਆਲ ਬਹੁਤ ਲੋਕਾਂ ਨੂੰ ਲੈਟਰ ਆਉਣੇ ਸ਼ੁਰੂ ਹੋ ਗਏ ਨੇ ਹੁਣ, ਜਿਨ੍ਹਾਂ ਨੇ ਵੀ ਗਲਤ ਕੀਤਾ ਸੀਗਾ, ਜਿਨ੍ਹਾਂ ਨੇ ਵੀ ਗਲਤ ਤਰੀਕੇ ਨਾਲ ਪੈਸਾ ਲਿੱਤਾ ਸੀਗਾ, ਉਹਨਾਂ ਸਭ ਨੂੰ ਲੈਟਰ ਆ ਰਹੇ ਨੇ ਜੀ, CRA ਪਿੱਛੇ ਆ ਰਿਹਾ ਉਹਨਾਂ ਦੇ। ਹੁਣ ਤੁਸੀਂ ਦੱਸੋ ਫਿਰ ਕੁਐਸਚਨ ਹੈ, ਕੁਝ ਕੰਟਰੀਆਂ ਨੇ ਨਹੀਂ ਪੈਸਾ ਦਿੱਤਾ ਕਿ ਉਹਨਾਂ ਦੀ ਇਕੋਨਮੀ ਡੁੱਬ ਗਈ ਹੈ ਜਾਂ ਉੱਪਰ ਚਲੀ ਗਈ ਹੈ? ਕਿਹੜੀ ਕੰਟਰੀ ਨੇ ਨਹੀਂ ਦਿੱਤਾ ਪਹਿਲਾਂ ਤਾਂ ਇੰਡੀਆ ਨਾਲ ਦੇਖ ਲਓ ਤੁਸੀਂ, ਅਸੀਂ ਤੇ ਦੇਖ ਲਓ ਜਾਂ ਸਟੱਡੀ ਇੰਡੀਆ ਦੀ ਕਰੀ ਦੀ ਜਾਂ ਕੈਨੇਡਾ ਦੀ, ਕੰਪੇਅਰ ਵੀ ਅਸੀਂ ਦੋਨਾਂ ਨੂੰ ਕਰਦੇ ਹਾਂ। ਸਰ ਇੰਡੀਆ ਦੀ ਇਕੋਨਮੀ, ਹੁਣ ਮੈਂ ਕੰਪਲੀਟ ਕਰ ਲਾਂ ਜੀ। ਹਾਂਜੀ ਕਰੋ ਸਰ। ਕੀ ਉਹ ਇੰਡੀਆ ਦੇ ਵਿੱਚ ਕੀ ਹੋ ਗਿਆ ਜੀ, ਹੁਣ ਉਹਨਾਂ ਦੀ ਇਕੋਨਮੀ ਕਿਉਂ ਉੱਪਰ ਜਾ ਰਹੀ ਹੈ ਜੀ? ਜੇ ਉਹਨਾਂ ਨੇ ਨਹੀਂ ਦਿੱਤਾ ਸੀ ਤੇ ਉਹ ਤਾਂ ਦੇਖੋ 133 ਕਰੋੜ ਪੋਪੂਲੇਸ਼ਨ ਹੈ ਸਾਡੀ, ਤੇ ਸਾਰੀ 3 ਕਰੋੜ ਸੀਗੀ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਸਪੋਰਟ ਕਰਨੀ ਚਾਹੀਦੀ ਸੀ, ਲੇਕਿਨ ਕੁਝ ਸਿਸਟਮ ਹੋਣਾ ਚਾਹੀਦਾ ਸੀ, ਤੇ ਇਹਨਾਂ ਕੋਲ ਸਿਸਟਮ ਬਿਲਕੁਲ ਨਹੀਂ ਸੀਗਾ। ਤੇ ਜਦੋਂ ਇਹਨਾਂ ਨੂੰ ਚਾਹੀਦਾ ਸੀਗਾ ਸਟਾਪ ਕਰਨਾ, ਈਵਨ ਉਸ ਤੋਂ ਬਾਅਦ ਵੀ ਦਿੰਦੇ ਰਹੇ। ਤੇ ਠੀਕ ਹੈ, ਜੇ ਤੁਸੀਂ ਦਿੱਤਾ ਤੇ ਹੁਣ ਉਹਨਾਂ ਲੋਕਾਂ ਨੂੰ ਤੰਗ ਕਰੋ ਨਾ ਜਿਨ੍ਹਾਂ ਨੂੰ ਤੁਸੀਂ ਦਿੱਤਾ, ਤੇ ਜਿਨ੍ਹਾਂ ਨੂੰ ਤੁਸੀਂ ਦਿੱਤਾ ਨਹੀਂ ਉਹਦੇ ਤੇ ਕਿਉਂ ਤੁਸੀਂ ਤੁਹਾਡੇ ਕੋਲ ਜੇ ਸਿਸਟਮ ਨਹੀਂ ਹੈਗਾ, ਤੁਹਾਡੇ ਕੋਲ ਕਿਹੜੇ ਡਿਪਾਰਟਮੈਂਟ ਸਹੀ ਚੱਲਿਆ ਜੀ? ਤੁਹਾਡੇ ਕੋਲ ਨਾ ਏਅਰਪੋਰਟ ਡਿਪਾਰਟਮੈਂਟ ਚੱਲਿਆ, ਨਾ ਹਸਪੀਟਲ ਹੈਲਥ ਦਾ ਚੱਲਿਆ ਜੀ, ਇਮੀਗ੍ਰੇਸ਼ਨ ਦਾ ਹਰ ਜਗ੍ਹਾ ਦੇਖੋ ਮਿਸਮੈਨੇਜਮੈਂਟ ਹੈ। ਪੈਸਾ ਬਣਨਾ ਕੋਈ ਹੱਲਾਸ਼ੇਰੀ ਤਾਂ ਨਹੀਂ ਹੈ ਜੀ, ਬਹੁਤ ਵਧੀਆ ਕੰਮ ਕਰਤਾ ਜੀ, ਉਹਨਾਂ ਨੇ ਘਰੋਂ ਤਾਂ ਨਹੀਂ ਦਿੱਤਾ ਜੀ, ਕੰਟਰੀ ਦਾ ਪੈਸਾ ਸੀਗਾ। ਹੁਣ ਸਫਰ ਕੌਣ ਕਰਨਗੇ? ਤੁਹਾਨੂੰ ਕੀ ਲੱਗਦਾ ਜੇ ਉਹ ਪਹਿਲੇ 2-3 ਸਾਲ ਨਾ ਦਿੰਦੇ, 2-4 ਸਾਲ ਇਹਨਾਂ ਨੂੰ ਸਿਸਟਮ ਖੜਾ ਕਰਕੇ ਦਿੱਕਤ ਆਉਂਦੀ, ਤੇ ਹੁਣ ਕਿੰਨਾ ਲੱਗ ਜਾਣਾ ਇਹਨਾਂ? ਸਰ ਗੱਲ ਇਹ ਹੈ, ਮੈਂ ਦੁਬਾਰਾ ਤੋਂ ਇੱਕ ਵਾਰੀ ਕਹਿ ਦੇਣਾ, ਤੁਸੀਂ ਜੋ ਜਿੰਨਾਂ ਨੂੰ ਮਰਜ਼ੀ ਕੰਪੇਅਰ ਕਰ ਲਓ, ਅਗਰ ਉਸ ਲਈ ਪੈਸਾ ਦਿੱਤਾ ਨਹੀਂ ਹੁੰਦਾ ਨਾ ਸਰ, ਇਸ ਵੇਲੇ ਤੁਸੀਂ ਇਸ ਵੇਲੇ ਤੁਸੀਂ ਪੈਸਾ ਇਸ ਵੇਲੇ ਐਗਰੀ ਹੋ ਤਾਂ ਫਿਰ ਉਹ ਸਿਚੁਏਸ਼ਨ ਹੀ ਹੈ। ਮੈਂ ਤਾਂ ਉਹੀ ਕਹਿ ਰਿਹਾ, ਬਟ ਫਿਰ ਵੀ ਸਿਸਟਮੈਟਿਕ ਨਹੀਂ ਹੋਇਆ। ਜਿੱਦਾਂ ਛੋਟੀ ਜੀ ਕੰਟਰੀ, ਆਪਣੀ ਜ਼ਿਆਦਾ ਪੋਪੂਲੇਸ਼ਨ ਨਹੀਂ ਹੈਗੀ, 3-4, ਇਹਨਾਂ ਕੋਲ ਬਹੁਤ ਸਟੈਟਿਕਸ, ਬਹੁਤ ਡਾਟਾ ਹੈ, ਬਟ ਫਿਰ ਵੀ ਇਹਨਾਂ ਨੇ ਯੂਜ਼ ਨਹੀਂ ਕੀਤਾ। ਚਲੋ ਠੀਕ ਹੈ, ਹੁਣ ਇਸ ਚੀਜ਼ ਤੇ ਕੋਈ ਆਪਾਂ ਬਹੁਤ ਜ਼ਿਆਦਾ ਟਾਈਮ ਨਹੀਂ ਵੇਸਟ ਕਰਾਂਗੇ ਜੀ। ਤੇ ਮੈਂ ਇੱਕ ਚੀਜ਼, ਹਾਂਜੀ ਧੀਰਜ ਜੀ, ਮੈਂ ਇੱਕ ਚੀਜ਼ ਬਸ ਕੁਇਕਲੀ ਇੱਥੇ ਐਡ ਕਰ ਦਵਾਂ। ਮੈਂ ਤੁਹਾਡੀ ਗੱਲ ਸਾਰਿਆਂ ਦੀ ਬੜੀ ਪੇਸ਼ੈਂਟਲੀ ਸੁਣਨਾ, ਬੜੀ ਵਧੀਆ ਤੁਹਾਡੀ ਔਰ ਪੰਕਜ ਜੀ ਦੀ ਡਿਸਕਸ਼ਨ ਹੋ ਰਹੀ ਸੀ। ਅੱਛਾ, ਇੰਡੀਆ ਦੇ ਨਾਲ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਨਾ, ਮੈਂ 2-3 ਪੁਆਇੰਟ ਪਰ ਡਿਸਕਸ਼ਨ ਲੈ ਕੇ ਆਉਣਾ ਚਾਹੁੰਦਾ। ਔਰ ਧੀਰਜ ਅਨੰਦ ਸਾਹਿਬ, ਤੁਸੀਂ ਵੀ ਆਪਣਾ ਪੁਆਇੰਟ ਉੱਤੇ ਐਡ ਕਰ ਸਕਦੇ ਹੋ, ਜਾਂ ਪੰਕਜ ਜੀ ਜਾਂ ਪੀਕੇ ਜੀ ਵੀ। ਇੰਡੀਆ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਗਰੋਥ ਹੈ, ਇੰਡੀਆ ਦੀ ਰੇਟ ਕੀ ਹੈ ਇਸ ਵੇਲੇ? 13.5% ਗਰੋਥ ਆ ਰਹੀ ਹੈ, ਠੀਕ ਹੈ। ਹੁਣ ਜਿੱਥੇ ਡਿਕਲਾਈਨ 10-12% ਦਾ ਹੋ ਗਿਆ ਸੀਗਾ, ਤੇ ਉਹੀ ਵਾਪਸ ਆ ਰਿਹਾ, ਠੀਕ ਹੈ ਨੀ? ਡਿਕਲਾਈਨ 10-12% ਦਾ ਹੋ ਗਿਆ, ਹੁਣ ਗਰੋਥ ਹੋ ਗਈ 13। ਸੋ ਇਫੈਕਟਿਵਲੀ 1.5 ਤੋਂ 2% ਜੇ ਅਸੀਂ ਓਵਰਆਲ ਨੈਟ ਗਰੋਥ ਦੇਖੀਏ ਤੇ 1.5 ਤੋਂ 2% ਦੀ ਗਰੋਥ ਹੈ, ਐਵਰੇਜ ਗਰੋਥ। ਜੇ ਤੁਸੀਂ ਪਿਛਲੇ 2-3 ਸਾਲ ਦੀ ਕੱਢ ਲਓ, 2020, 2021 ਤੇ 2022, ਮਸੀਂ 1.5% ਦੀ ਗਰੋਥ ਤੁਹਾਨੂੰ ਨਜ਼ਰ ਆਏਗੀ। ਹਾਂ, ਉਹ ਗੱਲ ਬਿਲਕੁਲ ਠੀਕ ਹੈ ਕਿ ਜਿੰਨੇ ਵੱਡੀ ਡਿਵਸਟੇਸ਼ਨ ਹੋਈ ਸੀ ਇੰਡੀਆ ਦੇ ਵਿੱਚ, 1.5-2% ਦੀ ਗਰੋਥ ਵੀ ਜਿਹੜੀ ਹੁਣ ਅਸੀਂ ਵਾਪਸੀ ਕਰ ਰਹੇ ਹਾਂ, ਉਹ ਚੰਗੀ ਗੱਲ ਹੈ। ਦੈਟਸ ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਇੰਡੀਆ ਦੇ ਵਿੱਚ ਅਨਇੰਪਲੋਇਮੈਂਟ ਰੇਟ ਤੁਸੀਂ ਦੇਖੋ ਕਿੱਥੇ ਆ। ਸਾਡੇ ਇੱਥੇ ਅਨਇੰਪਲੋਇਮੈਂਟ ਦੇਖੋ, ਐਜ਼ ਲੌਂਗ ਐਜ਼ 6% ਤੋਂ ਥੱਲੇ ਆ, ਇੱਥੇ ਤਾਂ 5%, 5.5% ਚੱਲ ਰਿਹਾ। ਹਰ ਸੈਕਟਰ ਦੇ ਵਿੱਚ ਕੋਈ ਐਸਾ ਸੈਕਟਰ ਨਹੀਂ ਹੈ ਜਿੱਥੇ ਲੋਕਾਂ ਨੂੰ ਇਸ ਵੇਲੇ ਬੰਦਿਆਂ ਦੀ ਜ਼ਰੂਰਤ ਨਹੀਂ ਹੈ। ਸਾਡੇ ਇੱਥੇ ਅਨਇੰਪਲੋਇਮੈਂਟ ਹਿਸਟੋਰੀਕਲੀ ਲੋ ਚੱਲ ਰਹੀ ਹੈ, ਇੰਡੀਆ 'ਚ ਹਿਸਟੋਰੀਕਲੀ ਹਾਈ ਚੱਲ ਰਹੀ ਹੈ। ਟੂ ਦ ਐਕਸਟੈਂਟ ਦੇਖੋ, ਇੰਡੀਆ ਦੇ ਵਿੱਚ ਅਨਇੰਪਲੋਇਮੈਂਟ ਰੇਟ ਤਕਰੀਬਨ 8.5% ਹੈ। ਹਾਲਾਂਕਿ ਉੱਥੇ ਕਈ ਲੋਕ ਰਜਿਸਟਰ ਵੀ ਨਹੀਂ ਕਰਦੇ, ਚਲੋ ਫਿਰ ਵੀ 8.5% ਹੈ। ਔਰ ਕਈ ਸਟੇਟਸ ਦੇ ਵਿੱਚ ਤੇ 25-25, 30% ਹੈ। ਮੈਂ ਸਟੇਟਸ ਦੇ ਨਾਮ ਵੀ ਲੈ ਦਿੰਦਾ। ਹਰਿਆਣਾ 'ਚ ਤੁਸੀਂ ਦੇਖੋ, ਹਰਿਆਣਾ 'ਚ 30% ਤੋਂ ਉੱਪਰ ਬੇਰੁਜ਼ਗਾਰੀ ਹੈ ਇਸ ਵੇਲੇ। ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਦੇਖੋ, ਰਾਜਸਥਾਨ ਦੇ ਵਿੱਚ ਦੇਖੋ। ਸੋ ਉੱਥੇ ਅਨਇੰਪਲੋਇਮੈਂਟ ਬੜੀ ਹਾਈ ਹੈਗੀ ਹੈ।
ਤੀਸਰਾ ਬੜਾ ਇੰਪੋਰਟੈਂਟ ਪੁਆਇੰਟ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਕਿ ਜੇ ਮਦਦ ਦੀ ਗੱਲ ਜਦੋਂ ਕਰ ਰਹੇ ਸੀ, ਇੰਡੀਆ ਦੇ ਵਿੱਚ ਲੋਕਾਂ ਨੂੰ ਮਦਦ ਨਹੀਂ ਮਿਲੀ। ਇਸ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਡੈਥਸ ਹੋਈਆਂ ਨੇ। ਇਸੇ ਕਾਰਨ ਬਹੁਤ ਸਾਰੇ ਲੋਕਾਂ ਦੇ ਬਿਜ਼ਨੈਸਿਸ ਤਬਾਹ ਹੋ ਗਏ ਨੇ। ਕਈ ਲੋਕ ਜਿਹੜੀਆਂ ਨੌਕਰੀਆਂ ਜਿਨ੍ਹਾਂ ਦੀਆਂ ਚਲੀਆਂ ਗਈਆਂ, ਬੜੇ ਕਾਸਮੋਪੋਲੀਟਨ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ, ਉਹਨਾਂ ਨੂੰ ਬਾਹਰ ਕਿਸੇ ਨੂੰ ਰੇਹੜੀ ਲਗਾਉਣੀ ਪਈ, ਕਿਸੇ ਨੂੰ ਕੁਝ ਕਰਨਾ ਪਿਆ। ਬਹੁਤ ਚੈਲੰਜ ਆਇਆ ਉੱਥੇ। ਸਰਕਾਰ ਦੀ ਜਿਹੜੀ ਮਦਦ ਹੈ ਉਹ ਜ਼ਿਆਦਾ ਹੋਈ ਘੱਟ ਹੋਈ ਉੱਤੇ ਡਿਸਕਸ਼ਨ ਹੋ ਸਕਦੀ ਹੈ, ਪਰ ਕੈਨੇਡਾ ਦੀ ਸਰਕਾਰ ਦੀ ਜਿਹੜੀ ਮਦਦ ਹੋਈ ਹੈ ਉਹ ਚਾਹੇ ਅਸੀਂ ਇਹ ਵੀ ਕਹਿ ਦਈਏ ਪੋਲੀਟੀਕਲ ਰੀਜ਼ਨਸ ਵੀ ਉਹਦੇ ਵਿੱਚ ਇਨਵੋਲਵ ਹੋਣਗੇ, ਮੈਂ ਉਸ ਗੱਲ ਤੋਂ ਡਿਨਾਈ ਨਹੀਂ ਕਰਦਾ, ਲੇਕਿਨ ਉਹਦੇ ਨਾਲ ਕੈਨੇਡਾ ਬਾਏ ਐਂਡ ਲਾਰਜ ਅਸੀਂ ਬੜੇ ਵਧੀਆ ਰਹੇ ਹਾਂ। ਸਾਡੇ ਮੈਂ ਪਰਸੋਂ ਰਾਤ ਦੀ ਗੱਲ ਹੈ, ਅਸੀਂ ਇੱਥੇ ਕਿਤੇ ਡਿਨਰ ਤੇ ਸੀਗੇ ਤੇ ਉੱਥੇ ਡਿਨਰ ਦੇ ਉੱਤੇ ਆਪਣੇ ਪ੍ਰੀਮੀਅਰ ਡਗ ਫੋਰਡ ਸਾਹਿਬ ਵੀ ਮੌਜੂਦ ਸੀਗੇ, ਉੱਥੇ ਕਿਸੇ ਦੇ ਘਰ ਸੀਗੇ। ਸੋ ਉਹ ਜਿੱਥੇ ਅਸੀਂ ਕਿਸੇ ਦੇ ਘਰੋਂ ਡਿਨਰ ਤੇ ਸੀਗੇ ਤੇ ਉੱਥੇ ਬੜੇ ਇੰਪੋਰਟੈਂਟ ਪੁਆਇੰਟਸ ਪ੍ਰੀਮੀਅਰ ਸਾਹਿਬ ਨੇ ਉੱਥੇ ਡਿਸਕਸ ਕੀਤੇ ਹੈ ਉੱਥੇ ਡਿਨਰ ਤੇ, ਜਿਹਦੇ ਵਿੱਚ ਕਿ ਉਹਨਾਂ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੇ ਇੱਥੇ ਓਨਟਾਰੀਓ ਦੇ ਵਿੱਚ ਸਾਡੀ ਜਿਹੜੀ ਇਕੋਨਮੀ ਅੱਜ ਹਰ ਪੱਖੋਂ, ਅਸੀਂ ਰਿਸੈਸ਼ਨ ਦੀ ਗੱਲ ਤਾਂ ਕਰ ਰਹੇ ਹਾਂ, ਉੱਥੇ ਵੀ ਰਿਸੈਸ਼ਨ ਦੀ ਗੱਲ ਹੋਈ। ਉਹ ਕਹਿੰਦੇ ਮੈਂ ਤਾਂ ਵਰਡ ਹੀ ਨਹੀਂ ਕਹਿਣਾ ਚਾਹੁੰਦਾ ਰਿਸੈਸ਼ਨ, ਉੱਥੇ ਗੱਲ ਹੋਈ ਹੈ ਕਲੀਅਰਲੀ। ਉਹ ਕਹਿੰਦੇ ਮੈਂ ਤਾਂ ਵਰਡ ਹੀ ਨਹੀਂ ਰਿਸੈਸ਼ਨ ਕਹਿਣਾ। ਸਾਰੀ ਬਿਜ਼ਨਸ ਕਮਿਊਨਿਟੀ ਸੀਗੀ ਉੱਥੇ, ਜਿੰਨੇ ਵੀ ਬੰਦੇ ਸੀ ਸਾਰੇ ਬਿਜ਼ਨਸ ਲੀਡਰ ਉੱਥੇ ਪਹੁੰਚੇ ਹੋਏ ਸੀਗੇ, ਬੜੇ ਬਿਜ਼ਨਸ ਲੀਡਰ ਉੱਥੇ ਪਹੁੰਚੇ ਸੀ ਉੱਥੇ ਡਿਨਰ ਤੇ। ਉੱਥੇ ਉਹਨਾਂ ਨੇ ਇਹੀ ਗੱਲ ਕੀਤੀ ਕਿ ਸਾਡੇ ਇੱਥੇ ਤੇ ਤੁਸੀਂ, ਉਹ ਕਹਿੰਦੇ ਯਾਰ ਤੁਸੀਂ ਆ ਦੇਖ ਲਓ ਆਸ-ਪਾਸ ਆ ਜਿੰਨੇ ਬਿਜ਼ਨਸ ਲੀਡਰ ਆ ਸਾਰੇ ਇੱਥੇ ਬਿਜ਼ਨਸ ਵਾਲੇ ਪਹੁੰਚੇ ਆ, ਇਹਨੂੰ ਕਿਸੇ ਬੰਦੇ ਨੂੰ ਪੁੱਛ ਲਓ ਕਿ ਹਰੇਕ ਬੰਦੇ ਨੂੰ ਇਸ ਵੇਲੇ ਹਰ ਸੈਕਟਰ ਦੇ ਵਿੱਚ ਬੰਦਿਆਂ ਦੀ ਜ਼ਰੂਰਤ ਹੈ। ਪੁੱਛੋ ਤੁਸੀਂ, ਔਰ ਸਾਰੇ ਜਿੰਨੇ ਬਿਜ਼ਨਸ ਲੀਡਰ ਕਹਿੰਦੇ ਬਿਲਕੁਲ ਸਾਨੂੰ ਤਾਂ ਇੱਕ ਹੀ ਸ਼ਾਰਟੇਜ ਹੈ, ਸਾਡੇ ਕੋਲ ਬੰਦੇ ਨਹੀਂ ਇਸ ਵੇਲੇ ਮਿਲ ਰਹੇ, ਹਰ ਬੰਦੇ ਨੂੰ ਜ਼ਰੂਰਤ ਹੈ। 80,000 ਜੋਬ ਪਿਛਲੇ 3 ਮਹੀਨੇ 'ਚ ਫਿਰ ਕਿੱਦਾਂ ਡਾਟਾ ਆ ਗਿਆ ਜੀ? ਚਲੀਆਂ ਗਈਆਂ 40,000 ਪਿੱਛੇ ਹੀ ਹੋ ਗਈਆਂ ਜੀ ਟੋਟਲ ਲਾਸਟ 3 ਮੰਥ 'ਚ 80,000 ਅਪਰੋਕਸੀਮੇਟਲੀ, ਇਫ ਆਈ ਐਮ ਨੋਟ ਰੋਂਗ। ਸਰ ਮੈਂ ਇਹਦੇ ਥੋੜਾ ਜਿਹਾ ਐਡ ਕਰ ਦੇਵਾਂ, ਇੱਕ ਸਾਡੇ ਲਗਭਗ 40% ਲੋਕ ਰਿਟਾਇਰ ਹੋਏ ਨੇ ਉਹਦੇ। ਓਕੇ, ਨਹੀਂ 40% ਉਹਦੇ 50% ਗਰੋਥ ਆ ਜੀ ਰਿਟਾਇਰਮੈਂਟ ਦੀ। ਜਿਹੜੇ ਲੋਕ ਰਿਟਾਇਰ ਹੋ ਰਹੇ ਨੇ ਨਾ, ਜੋ ਐਵਰੇਜ ਰਿਟਾਇਰਮੈਂਟ ਹੁੰਦੀ ਸੀ 1 ਸਾਲ ਦੀ 2,33,000, ਠੀਕ ਹੈ। ਜੇ ਤੁਸੀਂ ਚੱਕ ਕੇ ਦੇਖੋ ਆਪਣੇ ਪਿਛਲੇ ਸਾਲ ਦੀ 2,33,000 ਸੀਗੀ। ਹੁਣ ਜਿਹੜੇ ਰਿਟਾਇਰ ਹੋਏ ਨੇ ਉਹ 3,07,000 ਰਿਟਾਇਰ ਹੋਏ ਨੇ, 3,07,000। ਉਹਦਾ ਕਾਰਨ ਕੀ ਹੈ ਕਿ ਪੈਂਡੈਮਿਕ ਦੇ ਦਰਮਿਆਨ ਬੜੇ ਸਾਰੇ ਲੋਕ ਐਸੇ ਸੀਗੇ ਪੈਂਡੈਮਿਕ ਦੇ ਦਰਮਿਆਨ ਜਿਹੜੇ ਕਿ ਰਿਟਾਇਰਮੈਂਟ ਨਹੀਂ ਸੀ ਲੈਣਾ ਚਾਹੁੰਦੇ ਕਿਉਂਕਿ ਜਾਣਾ ਆਉਣਾ ਨਹੀਂ ਹੁੰਦਾ ਸੀ ਕਿਤੇ, ਠੀਕ ਹੈ। ਹੁਣ ਕੀ ਹੈਗਾ ਕਿ ਯੈਸ ਉਹ ਜਾਣਾ ਆਉਣਾ ਹੋ ਰਿਹਾ ਤੇ ਉਹ ਕਹਿੰਦੇ ਜੀ ਚਲੋ ਠੀਕ ਹੈ। ਬਾਕੀ ਅਨਇੰਪਲੋਇਮੈਂਟ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਸਰ, ਉਹ ਇਸ ਕਾਰਨ ਕਿਉਂਕਿ ਇਸ ਵੇਲੇ 5.4% ਹੈ ਅਨਇੰਪਲੋਇਮੈਂਟ, 5.4% ਐਜ਼ ਵੀ ਸਪੀਕ। ਮੈਂ ਫਿਰ ਦੁਬਾਰਾ ਦੁਹਰਾ ਰਿਹਾ ਵੀ 6% ਤੋਂ ਘੱਟ ਵੀ ਆਰ ਸਟਿਲ ਵੈਰੀ ਗੁੱਡ। ਕੱਲ੍ਹ ਨੂੰ ਜੇ ਤੁਸੀਂ ਮੈਨੂੰ ਆ ਕੇ ਅਸੀਂ ਇਹ ਵੀ ਗੱਲ ਕਰੀਏ ਕਿ ਸਰ 40,000 ਨੌਕਰੀਆਂ ਹੋਰ ਚਲੀ ਗਈਆਂ ਤਾਂ ਅਨਇੰਪਲੋਇਮੈਂਟ 5.4% ਦੀ ਬਜਾਏ 5.6 ਹੋ ਗਈ, 5.8 ਹੋ ਗਈ, ਵੀ ਆਰ ਸਟਿਲ ਓਕੇ। 6, 6.5, 6.2%, 6%, 5.8%, ਅਸੀਂ 5.4 ਤੇ ਇਸ ਵੇਲੇ ਫਸਟ ਕਲਾਸ ਹੈ। ਇਹਦੇ ਵਿੱਚ ਕੋਈ ਇਸ ਵੇਲੇ ਤਾਂ ਸਰ ਸਿੱਧੀ ਗੱਲ ਹੈ ਵੀ ਜਿਹੜਾ ਬੰਦਾ ਵਾਕਈ ਕੰਮ ਨਹੀਂ ਕਰਨਾ ਚਾਹੁੰਦਾ, ਇਹ ਮੈਂ ਪ੍ਰੀਮੀਅਰ ਸਾਹਿਬ ਦੇ ਡਗ ਫੋਰਡ ਸਾਹਿਬ ਦੇ ਵਰਡਸ ਵੀ ਉਹਨਾਂ ਤੋਂ ਬੋਰੋ ਕਰ ਰਿਹਾ ਔਰ ਮੈਂ ਸਹਿਮਤ ਹਾਂ ਉਹਨਾਂ ਦੀ ਗੱਲ ਦੇ ਨਾਲ। ਆਈ ਮਸਟ ਗਿਵ ਹਿਮ ਉਹ ਕ੍ਰੈਡਿਟ ਕਿ ਉਹਨਾਂ ਦੇ ਵਰਡ ਬੋਰੋ ਕਰ ਰਿਹਾ। ਉਹਨਾਂ ਨੇ ਕਿਹਾ ਕਹਿੰਦਾ ਜਿਹੜਾ ਬੰਦਾ ਇਸ ਵੇਲੇ ਘਰੇ ਬਹਿ ਕੇ ਟੀਵੀ ਦੇਖਣਾ ਚਾਹੁੰਦਾ ਹੈ ਉਹਦੇ ਕੋਲ ਕੰਮ ਹੈ ਨਹੀਂ। ਬਾਕੀ ਤਾਂ ਹਰ ਬੰਦੇ, ਜੇ ਤੁਸੀਂ ਫਿਜ਼ੀਕਲੀ ਤੇ ਮੈਂਟਲੀ ਫਿੱਟ ਹੋ ਤਾਂ ਬੰਦਾ ਇਹ ਨਹੀਂ ਕੰਪਲੇਨ ਕਰ ਸਕਦਾ ਵੀ ਸਾਡੇ ਇੱਥੇ ਓਨਟਾਰੀਓ 'ਚ ਇਸ ਵੇਲੇ ਕੰਮ ਹੈ ਨਹੀਂ। ਉਹ ਕਹਿੰਦੇ ਡਗ ਫੋਰਡ ਸਾਹਿਬ ਕਹਿੰਦੇ ਕੰਮ ਦੀ ਭਰਮਾਰ ਲੱਗੀ ਪਈ ਇਸ ਵੇਲੇ, ਕੰਮ ਬਹੁਤ ਹੈ, ਐਸਾ ਨਹੀਂ ਹੋ ਸਕਦਾ ਕਿਸੇ ਕੋਲ ਕੰਮ ਨਹੀਂ। ਹਾਂ ਜੇ ਤੁਸੀਂ ਫਿਜ਼ੀਕਲੀ ਜਾਂ ਮੈਂਟਲੀ ਅਨਫਿਟ ਹੈਗੇ ਹੋ, ਉਹ ਕਹਿੰਦੇ ਫਿਰ ਅਸੀਂ ਮਦਦ ਕਰਾਂਗੇ, ਵੀ ਆਰ ਵੈਰੀ ਜਨਰਸ। ਬਟ ਇਹ ਨਹੀਂ ਵੀ ਘਰ ਦੇ ਵਿੱਚ ਸੋਫੇ ਤੇ ਬੈਠ ਕੇ ਤੁਸੀਂ ਟੀਵੀ ਦੇਖੋ ਤਾਂ ਕਹੋ ਜੀ ਮੈਂ ਇਸ ਵੇਲੇ ਮਾਰਕੀਟ 'ਚ ਕੰਮ ਹੈ ਨਹੀਂ। ਇਹ ਕਹਿੰਦੇ ਸਾਡੇ ਇੱਥੇ ਓਨਟਾਰੀਓ 'ਚ ਹੋਣਾ ਹੈ ਨਹੀਂ ਇਸ ਵੇਲੇ। ਇਹ ਡਗ ਫੋਰਡ ਸਾਹਿਬ ਇਹੀ ਗੱਲ ਮੈਂ ਵੀ ਕਹਿ ਰਿਹਾ ਸੀ। ਕੋਵਿਡ 'ਚ ਵੀ ਇਹਨਾਂ ਨੇ ਏਦਾਂ ਹੀ ਕੀਤਾ, ਜਿਹੜਾ ਸੋਫੇ ਤੇ ਬੈਠ ਕੇ ਬੈਠਾ ਸੀਗਾ ਤੇ ਜਿਹੜਾ ਕੰਮ ਕਰ ਰਿਹਾ ਸੀਗਾ ਉਹ ਘੱਟ ਅਰਨ ਕਰ ਰਿਹਾ ਸੀਗਾ, ਤੇ ਜਿਹੜਾ ਘਰ ਬੈਠਾ ਸੋਫੇ ਤੇ ਕੰਮ ਬੈਠਾ ਹੈ ਤੇ ਉਹ ਜ਼ਿਆਦਾ ਅਰਨ ਕਰ ਰਿਹਾ ਸੀਗਾ। ਤੇ ਉਹ ਦੇਖੋ ਕੋਵਿਡ 'ਚ ਤੁਹਾਨੂੰ ਕੀ ਲੱਗਦਾ ਪੈਸਾ ਕਿਤੋਂ ਆਇਆ ਕਿ ਨਹੀਂ? ਇਹਨਾਂ ਨੇ ਦਿੱਤਾ, ਜਿਹਦੇ ਕਰਕੇ ਹਾਊਸਿੰਗ ਪ੍ਰਾਈਸ ਨੂੰ ਦੇਖੋ ਪਿਛਲੇ 2 ਸਾਲਾਂ ਕੋਵਿਡ 'ਚ ਨਾ ਇਮੀਗ੍ਰੇਸ਼ਨ ਆਈ ਹੈ, ਕੁਛ ਨਹੀਂ ਹੋਇਆ, ਤੇ ਫਿਰ ਘਰਾਂ ਦੇ ਪ੍ਰਾਈਸ ਡਬਲ ਤੋਂ ਉੱਪਰ ਚਲੇ ਗਏ। ਉਹ ਪੈਸਾ ਕਿਹੜਾ ਸੀਗਾ ਸਰ? ਉਹੀ ਪੈਸਾ ਸੀਗਾ ਜਿਹੜਾ ਇਹਨਾਂ ਨੇ ਦਿੱਤਾ। ਠੀਕ ਹੈ, ਚਲੋ ਆਈ ਐਮ ਨੋਟ ਅਗੇਂਸਟ ਟੂ ਕਿ ਤੁਸੀਂ ਹੈਲਪ ਕਰੋ, ਕਰਨੀ ਚਾਹੀਦੀ ਹੈ, ਪੈਸੇ ਵਾਸਤੇ ਹੁੰਦੀ ਹੈ, ਲੇਕਿਨ ਹੁਣ ਜਿਨ੍ਹਾਂ ਨੂੰ ਤੁਸੀਂ ਦਿੱਤਾ ਤਾਂ ਉਹਨਾਂ ਕੋਲ ਵਾਪਸ ਲਓ ਨਾ। ਉਹਦਾ ਇਫੈਕਟ ਘੱਟ ਤੋਂ ਘੱਟ ਕੁਛ ਤਾਂ ਘਟੇਗਾ, ਜਿਹੜੇ ਬਾਕੀ ਲੋਕਾਂ ਤੇ ਪੈਣਾ, ਜਿਹੜੇ ਦਿਨ ਰਾਤ ਮਿਹਨਤ ਕੋਵਿਡ ਦਾ ਬਿਨਾਂ ਉਹਦੇ ਤੋਂ ਫੀਅਰ ਤੋਂ ਜਾ ਕੇ ਕੰਮ ਕਰਦੇ ਰਹੇ ਹੈ। ਹੁਣ ਉਹਨਾਂ ਨੂੰ ਇੱਧਰੋਂ ਵੀ ਕੰਮ ਕੀਤਾ, ਇੱਧਰੋਂ ਵੀ ਨੁਕਸਾਨ ਹੈ। ਤੇ ਮੈਂ ਤਾਂ ਕਹਿੰਦਾ ਕਿ ਥੋੜਾ ਜਿਹਾ ਗਵਰਨਮੈਂਟ ਨੂੰ ਸਿਸਟਮੈਟਿਕਲੀ ਹੋਣਾ ਚਾਹੀਦਾ ਹੈ, ਤੇ ਜੇ ਦਿੱਤੇ ਆ ਤਾਂ ਉਹਨਾਂ ਨੂੰ ਵਾਪਸ ਵੀ ਲਓ, ਤੇ ਥੋੜਾ ਇਕੋਨਮੀ 'ਚ ਏਦਾਂ ਵੀ ਥੋੜਾ ਪੁੱਲ ਆਊਟ ਹੋਏਗੀ ਮਨੀ। ਠੀਕ ਹੈ, ਮੇਰੇ ਕੋਲ ਇਹਦੇ ਜਵਾਬ ਨੇ, ਬਟ ਆਈ ਲੈਟ ਪੀਕੇ ਜੀ ਆਨਸਰ ਦੈਟ, ਕਿਉਂਕਿ ਸਾਡੇ ਕੋਲ ਜਿਹੜੇ ਐਕਸਪਰਟ ਬੈਠੇ ਨੇ ਤਾਂ ਅਸੀਂ ਜਰਾ ਉਹਨਾਂ ਦਾ ਫਾਇਦਾ ਲੈ ਲਈਏ। ਪੀਕੇ ਜੀ ਇਹ ਸਵਾਲ ਨੂੰ ਜਰਾ ਐਡਰੈਸ ਕਰੋ ਕਿ ਕੋਵਿਡ ਦੇ ਵਿੱਚ ਹੋਣ ਦੇ ਬਾਵਜੂਦ, ਕੋਵਿਡ ਦੀ ਸਿਚੁਏਸ਼ਨ ਸੀ, ਇਕੋਨਮੀ ਸੀਗੀ, ਰਿਸਟ੍ਰਿਕਸ਼ਨ ਸੀਗੀਆਂ, ਸਭ ਕੁਝ ਬੰਦ ਪਿਆ ਸੀ, ਫਿਰ ਵੀ
ਫਿਰ ਵੀ ਜਿਹੜੀ ਰੀਅਲ ਸਟੇਟ ਦਾ ਪ੍ਰਾਈਸ ਹੈ ਉਹ ਇੰਨਾ ਕਿਉਂ ਵਧਿਆ, ਦੱਸੋ ਸਰ। ਠੀਕ ਹੈ ਜੀ ਸਰ, ਪਹਿਲੇ ਕਦੇ ਇਹ ਜਿਹੜਾ ਸਿੰਪਲ ਜੀ ਗੱਲ ਹੈ ਕਿ ਮਿਥ ਸੀਗਾ ਲੋਕਾਂ ਦਾ ਜੀ ਕੋਵਿਡ ਆ ਗਿਆ ਤੇ ਜੀ ਹੁਣ ਸਭ ਕੁਝ ਬੱਠਾ ਬੈਠ ਜਾਏਗਾ, ਜਦਕਿ ਇਹ ਨਹੀਂ ਸੀਗਾ। ਲੋਕਾਂ ਨੂੰ ਘਰ ਬੈਠੇ ਪੈਸੇ ਮਿਲ ਗਏ ਜੋ ਧੀਰੇ ਜੀ ਕਹਿ ਰਹੇ ਨੇ। ਔਰ ਮੈਂ ਤਾਂ ਇਹ ਕਹਾਂਗਾ ਉਹਨਾਂ ਦਾ ਦੇਣਾ ਦਾ ਐਕਸ਼ਨ ਬਹੁਤ ਚੰਗਾ ਸੀਗਾ। ਉਹਨਾਂ ਨੇ ਬਿਨਾਂ ਸੋਚੇ ਸਮਝੇ ਫਟਾਫਟ ਦੇਣੇ ਸ਼ੁਰੂ ਕਰਤੇ ਵੀ ਪਹਿਲੇ ਬੰਦੇ ਨੂੰ ਮਰਨ ਤੋਂ ਬਚਾਓ। ਬਾਅਦ ਹੀ ਉਹ ਰਿਕਾਰਡ ਹੀ ਲੈ ਕੇ ਆ ਰਹੇ ਨੇ ਵੀ ਕਿਹੜੇ ਬੰਦਿਆਂ ਨੂੰ ਗਲਤ ਗਏ ਨੇ, ਕਿਹੜੇ ਬੰਦਿਆਂ ਨੇ ਗਲਤ ਦਿੱਤਾ। ਦੇਖੋ ਤੁਸੀਂ ਹਰੇਕ ਨੂੰ ਅਜ਼ਿਊਮ ਕਰਕੇ ਚੱਲਦੇ ਹੋ ਕਿ ਤੂੰ ਇਮਾਨਦਾਰ ਹੈ। ਉਹ ਇੱਕ ਨਜ਼ਰੀਆ ਹੈ ਦੇਖਣ ਦਾ, ਇੱਕ ਇਹ ਵੀ ਨਜ਼ਰੀਆ ਦੇਖਣ ਦਾ ਕਿ ਹਰ ਆਦਮੀ ਚੋਰ ਹੈ। ਤੁਸੀਂ ਕਿਸ ਨਿਗਾਹ ਨਾਲ ਦੇਖਦੇ ਹੋ? ਉਹਨਾਂ ਨੇ ਇਸ ਨਿਗਾਹ ਨਾਲ ਦੇਖਿਆ ਕਿ ਹਰ ਆਦਮੀ ਇਮਾਨਦਾਰ ਹੈ, ਮੈਂ ਦੇ ਰਿਹਾ, ਜਿਹਨੂੰ ਜਿਹੜਾ ਡਿਜ਼ਰਵ ਕਰਦਾ ਉਹ ਰੱਖ ਲੇਗਾ, ਜਿਹੜਾ ਨਹੀਂ ਕਹੇਗਾ ਵਾਪਿਸ ਕਰੇਗਾ। ਔਰ ਸੇਮ ਐਕਸ਼ਨ ਅਗਲੇ ਕਰ ਰਹੇ ਨੇ। ਜਿਹੜਾ ਨਹੀਂ ਡਿਜ਼ਰਵ ਕਰਦਾ ਚੀਜ਼ਾਂ ਲੈ ਲਿਆ ਉਹਦੇ ਕੋਲੋਂ ਵਾਪਿਸ ਮੰਗ ਰਹੇ ਨੇ। ਉਹਨਾਂ ਕੋਲ ਵਾਪਿਸ ਲੈਣਾ ਇਜ਼ ਨੋਟ ਈਜ਼ੀ। ਤੁਸੀਂ ਪ੍ਰੂਵ ਹੀ ਨਹੀਂ ਕਰ ਸਕਦੇ। ਕਾਫੀ ਡੀਪਲੀ ਅਗਰ ਜਾਓ ਤਾਂ ਹੀ ਪ੍ਰੂਵ ਕਰ ਸਕਦੇ ਕਿੰਨੇ ਗਲਤ ਲਿਆ ਕਿੰਨੇ ਸਹੀ ਲਿਆ। ਨਹੀਂ ਤੇ ਤੁਸੀਂ ਹਜੇ ਵੀ ਦੇਖ ਲੈਣਾ 90% ਪੈਸਾ ਵਾਪਸ ਨਹੀਂ ਆਣਾ ਜਿਹੜਾ ਮਾਰਕੀਟ 'ਚ, ਉਹ ਮਾਰਕੀਟ 'ਚ ਹੀ ਘੁੰਮਣਾ ਸਰ। ਸੀਆਰ ਜਿਸ ਦਾ ਐਕਸ਼ਨ ਲੈਂਦਾ ਨਾ, ਜਿਸ ਦਾ ਸੀਆਰ ਐਕਸ਼ਨ ਲੈਂਦਾ ਹੈ, ਘਰਾਂ ਦੇ ਉੱਤੇ ਵੀ ਲੀਨ ਆ ਜਾਂਦਾ ਸਰ। ਉਹ ਗੱਲ ਤੁਸੀਂ ਛੱਡ ਦਿਓ। ਤੁਸੀਂ ਮੈਨੂੰ ਜੌਬ ਹੀ ਨਹੀਂ ਮਿਲੀ, ਮੈਂ ਨਹੀਂ ਵਾਪਸ ਕਰਦਾ ਜੀ, ਮੇਰੀ ਕੰਪਨੀ ਘਾਟੇ 'ਚ ਸੀ। ਠੀਕ ਹੈ ਜੀ, ਉਹ ਲੀਨ ਸ਼ੀਨ ਸਭ ਚੜ ਜਾਂਦੇ ਨੇ ਔਰ ਉਹਨਾਂ ਦਾ ਵਿਆਹ ਸਮੇਤ ਪੈਨਲਟੀਆਂ ਸਮੇਤ ਦਿੰਦੇ ਨੇ। ਉਹ ਮੈਂ ਵੀ ਬਹੁਤ ਕਈ ਸਾਲਾਂ ਤੋਂ, ਕਈ ਡਿਕੇਡਸ ਤੋਂ ਇਹ ਗੱਲ ਦੇਖ ਰਿਹਾ। ਜਿਹਦੇ ਪਿੱਛੇ ਸੀਆਰਏ ਪੈ ਗਈ ਹੈ ਨਾ, ਉਹ ਛੱਡ ਨਹੀਂ ਸਕਦੇ। ਲੀਨ ਸ਼ੀਨ ਸਾਰੇ ਚੜ ਜਾਂਦੇ ਨੇ। ਕੋਈ ਕਿਤੇ ਸਾਡੇ ਕੋਲ ਤਾਂ ਇਹੋ ਜਿਹੇ ਵੀ ਲੈਟਰ ਆਉਂਦੇ ਨੇ ਕਿ ਫਲਾਣੇ ਇੰਪਲਾਈ ਦੀ ਤੁਸੀਂ ਸੈਲਰੀ ਨਹੀਂ ਦੇਣੀ। ਇਹ ਤੁਸੀਂ ਮੇਰੇ ਕੋਲ ਰੀਸੈਂਟਲੀ ਹੁਣ ਇੱਕ ਲੈਟਰ ਆਇਆ ਸੀ ਇਹਦਾ ਕਿ ਫਲਾਣੇ ਕਿਸੇ ਬੰਦੇ ਦੀ ਤੁਸੀਂ ਇਹ ਪੇਮੈਂਟ ਨਹੀਂ ਕਰਨੀ। ਤੁਸੀਂ ਛੱਡੋ ਬੜੇ ਤਰੀਕੇ ਨਾਲ ਉਹਨਾਂ ਕੋਲ, ਇਹਦੇ ਉੱਤੇ ਅਸੀਂ ਨਹੀਂ ਜਾਂਦੇ। ਬਾਕੀ ਰੀਅਲ ਸਟੇਟ ਦਾ ਫਰਕ ਇਸ ਕਰਕੇ ਪਿਆ, ਈਜ਼ੀ ਮਨੀ ਆ ਗਈ ਸੀਗੀ, ਪਲੱਸ ਈਜ਼ੀ ਮਨੀ ਨੂੰ ਜ਼ਿਆਦਾ ਜਿਹੜਾ ਅਸਰ ਪਿਆ ਉਹ ਲੋਐਸਟ ਇੰਟਰਸਟ ਰੇਟ ਦਾ ਪਿਆ। ਈਜ਼ੀ ਮਨੀ ਵਾਜ਼ ਨਾਟ ਦੈਟ ਇੰਪੋਰਟੈਂਟ ਜਿੰਨਾ ਫ੍ਰੀ इंटरेस्ट रेट 1% इंटरेस्ट रेट 1.25 एस ने बिल्कुल अट्रैक्ट करता। बाइंग को चला जाओ जी, फ्री पैसा मिल रहा है, मॉर्गेज फ्री मिल रही है। अगर इन्फ्लेशन साड़ी 10% भी हुई, 2.5% भी हुई, ब्याज 1.25% लगा, सारा पैसा 4 गुना हो रहा है। क्यों 4 गुना हो रहा है? क्योंकि तुझे 20% देता है। अगर तुम 100% देते हो तो डबल हो रहा है, लेकिन अगर तुम 20% देते 4 गुना हो रहा है। लोगों ने इन्वेस्ट करना शुरू करता, गल खत्म। लेकिन मैं तुम दस दिया कि यह आदत उन लोगों को हाई इंटरेस्ट रेट की पै गई है। पीपल आर कमिंग बैक। सिंपल जी गल है, इन्वेंटरी ਲੈਵਲ ਜੋ ਇੰਨਾ ਘੱਟ ਹੈਗਾ, ਜੋ ਤੁਸੀਂ ਹੁਣ ਯੂਥ ਜੀ ਪੁੱਛ ਰਹੇ ਸੀ ਰੀਅਲ estate ਦੇ ਬਾਰੇ, ਇਨਵੈਂਟਰੀ ਲੈਵਲ ਇਜ਼ ਅ ਬਿਗ ਕੰਸਰਨ ਫॉर ਪ੍ਰਾਈਸਿਸ ਨਾਟ ਟੂ ਸਟੇ ਲੋ, ਇਟ ਹੈਜ਼ ਟੂ ਗੋ ਅਪ। ਕੋਈ ਰੋਕ ਨਹੀਂ ਸਕਦਾ। ਤੁਸੀਂ ਹੁਣੇ ਰਿਪੋਰਟ ਦੇਖ ਲਓ ਨਾ ਜੀ, ਜੂਨ ਤੋਂ ਜੁਲਾਈ ਔਰ ਜੁਲਾਈ ਤੋਂ ਅਗਸਤ 5% ਜਿਹੜਾ ਹੈਗਾ ਇਨਵੈਂਟਰੀ ਹੋਰ ਘਟ ਗਈ ਹੈ। ਤੇ ਔਰ ਇਮੀਗ੍ਰੇਸ਼ਨ ਦੇਖ ਲਓ ਤੁਸੀਂ, 40 to 60% of the people who come in Ontario they end up in GTA। ਸਰ 5 ਲੱਖ ਘਰ ਇਸ ਵਕਤ ontario ਅੰਦਰ ਸ਼ਾਰਟ ਚੱਲ ਰਿਹਾ ਹੈ। 500,000 ਘਰ ਸ਼ਾਰਟ ਪੈ ਰਹੇ ਨੇ ਐਂਡ 1.5 ਮਿਲੀਅਨ ਸਾਨੂੰ ਘਰ ਹੋਰ ਚਾਹੀਦੇ ਨੇ 2031 ਤੱਕ। ਕੋਈ ਨਹੀਂ ਬਣਾ ਸਕਦਾ। ਮੇਰਾ ਇਹ ਕੁਐਸਚਨ ਹੈ ਪੀਕੇ ਜੀ ਤੁਹਾਡਾ ਕਿ ਬਿਲਡਰ ਤੇ ਕੋਈ ਪ੍ਰਾਈਸ ਨਹੀਂ ਕੱਟ ਕਰ ਰਿਹਾ, ਜੋ ਕੀਤਾ ਵੀ ਹੋਏਗਾ 2-4% ਕੱਟ ਕੀਤਾ ਹੋਏਗਾ, ਲੇਕਿਨ ਨਹੀਂ ਕੀਤਾ ਸਰ। ਇੱਕ ਮਿੰਟ ਰੁਕ ਜਾਓ, ਮੈਂ ਤਾਂ ਟੋਕ ਰਿਹਾ, 1 ਮਿੰਟ ਨਹੀਂ ਬਾਰੇ ਰੁਕ ਜਾਓ ਜੀ। ਕਰ ਹੀ ਨਹੀਂ ਸਕਦਾ ਕੱਟ। ਉਹ ਐਗਜ਼ਿਸਟਿੰਗ ਪ੍ਰਾਈਸ ਦੇ ਉੱਤੇ ਨਹੀਂ ਘਰ ਬਣਾ ਪਾ ਰਹੇ, ਤੁਸੀਂ ਕੱਟ ਕਰਨ ਦੀ ਗੱਲਾਂ ਕਰ ਰਹੇ ਹੋ, ਸਵਾਲ ਹੀ ਨਹੀਂ ਉੱਠਦਾ। ਬਿਲਕੁਲ। ਅੱਛਾ ਜੀ। ਲੇਕਿਨ ਜਿਹੜਾ ਰੀਸੇਲ ਚ ਵਿਕ ਰਿਹਾ ਉਹ ਆਈ ਥਿੰਕ ਮੇਰਾ ਖਿਆਲ 20% ਤੱਕ ਤੇ ਪਹੁੰਚ ਗਿਆ ਹੋਣਾ ਜੀ। ਬਿਲਕੁਲ ਗਿਰ ਗਿਆ ਸਰ। ਦੇਖੋ ਤੁਸੀਂ ਦੋ ਗਲਤ ਚੀਜ਼ਾਂ ਕੰਪੇਅਰ ਕਰ ਰਹੇ ਆ। ਰੀਅਲ estate ਦੇ ਅੰਦਰ ਮੈਂ ਕੁਐਸਚਨ ਕੰਪਲੀਟ ਕਰ ਲਓ ਜੀ। ਹਾਂ ਕਰੋ। ਗੈਪ ਹੈ ਜੀ ਜਿਹੜਾ ਰੀਸੇਲ ਦਾ ਘਰ ਇੱਕ ਮਤਲਬ 20-25% ਨੀਚੇ ਗਿਰ ਗਿਆ, ਲੇਕਿਨ ਬਿਲਡਰ ਦਾ ਉਸੇ ਰੇਟ ਤੇ ਖੜਾ। ਇਹ ਗੈਪ ਵੱਧ ਗਿਆ ਤੇ ਜਦੋਂ ਗੈਪ ਵਧਿਆ ਤੇ ਬਿਲਡਰ ਦੇ ਮਕਾਨ ਨਹੀਂ ਵਿਕਣਗੇ ਇਨ ਫਿਊਚਰ। ਮੇਰੇ ਹਿਸਾਬ ਨਾਲ ਉਹ ਰੀਸੇਲ ਚ ਹੀ ਵਿਕਣਗੇ। ਜਦੋਂ ਬਿਲਡਰ ਨਹੀਂ ਬਣਾਏਗਾ ਸਪਲਾਈ ਹੋਰ ਸ਼ੋਰਟ ਹੋ ਜਾਏਗੀ ਜੀ। अच्छा मैं जवाब दिया सर, यही बेनिफिट होएगा ना, इसी गल का बेनिफिट होएगा प्राइस जंप विच। जिस वक्त बिल्डर बना नहीं सकेगा और नहीं बनाएगा और रीसेल के अंदर प्राइस गिर गए ने तो बिल्डर द प्राइस विल अट्रैक्ट द रीसेल टू कम अप अगेन। वही तो मैं कह रहे हैं, यही गैप जो है फिल करेगा ये चीज। बिल्डर बना ही नहीं सकता। सिंपल जी गल होगी, बिल्डर बना ही नहीं सकता, ਉਹਦਾ ਪ੍ਰਾਈਸ ਉਹ ਕੱਟ ਕਰ ਹੀ ਨਹੀਂ ਸਕਦਾ। ਹੁਣੇ ਮੇਰਾ 3-4 ਦਿਨ ਪਹਿਲੇ ਵੀ ਮੇਰਾ ਕਿਤੇ ਲੰਚ ਸੀਗਾ, ਉੱਥੇ ਮੇਰੀ ਗੱਲ ਬਿਲਡਰ ਨਾਲ ਹੋ ਰਹੀ ਸੀਗੀ, ਕਹਿੰਦੇ ਵਿਲ ਸਟਾਪ ਮੇਕਿੰਗ ਇਟ, ਅਸੀਂ ਬਣਾਵਾਂਗੇ ਹੀ ਨਹੀਂ, ਵੀ ਆਰ ਨਾਟ ਇਵਨ ਗੈਟਿੰਗ ਬੈਕ ਆਵਰ ਮਨੀ ਜੀ। आई थिंक मेरे ख्याल 17 ਚ ਵੀ ਕੁਛ ਏਦਾਂ ਹੀ ਹੋਇਆ ਸੀ, ਜਦੋਂ ਪ੍ਰਾइस गिरे थे बिल्डर ने बनाने बंद करते थे तो सडनली फिर जो इन्वेंटरी घट होगी फिर प्राइस शूट अप हो गया था। बिल्कुल ठीक है, वही हो रहा है, देख लो साल 2 साल बाद फिर शूट अप होंगे ਜਦੋਂ इन्वेंटरी ਅਜੇ ਤੇ ਚੱਲ ਰਿਹਾ ਜੀ, ਉਹ ਵੈਕਿਊਮ ਥੋੜਾ ਜਿਹਾ ਵਿੱਚ ਹੈਗਾ।
ਲੇਕਿਨ ਜਦੋਂ ਵੈਕਿਊਮ ਖਤਮ ਹੋ ਗਿਆ ਫਿਰ ਪ੍ਰਾਈਸ ਉੱਪਰ ਜਾਣਗੇ। ਉਹ ਤੇ ਹੋਣਾ ਹੀ ਹੋਣਾ। ਕਾਰਨ ਹੈਗਾ ਸਰ, ਜਿੰਨੇ ਘਰ 1 ਮਿਲੀਅਨ ਦਾ ਲਿੱਤਾ ਸੀਗਾ ਉਹ 2 ਮਿਲੀਅਨ ਦਾ ਹੋ ਗਿਆ, ਉਹਨੇ ਅਗਰ 20% ਕਿਰਾਇਆ ਵੀ ਦਿੱਤਾ ਤਾਂ ਵੀ ਉਹਦੇ 6 ਲੱਖ ਦਾ ਪ੍ਰੋਫਿਟ ਹੈਗਾ। ਲੇਕਿਨ ਬਿਲਡਰ ਅਗਰ 20%, ਬਿਲਡਰ ਅਗਰ 4% ਵੀ ਕਰਾ ਦਿੰਦਾ ਤਾਂ ਉਹਨੂੰ ਲਾਸ ਹੋ ਜਾਂਦਾ ਹੈਗਾ। ਸਰ ਮੇਰੀ ਰੋਜ਼ ਮੀਟਿੰਗ, ਇੰਨੀਆਂ ਮੀਟਿੰਗਸ ਬਿਲਡਰ ਦੇ ਨਾਲ। ਅਸੀਂ ਐਕਚੁਅਲੀ ਬਿਲਡਰ ਗਲਤ ਵਰਡ ਯੂਜ਼ ਕਰਨੇ ਆ, ਜਾਂ ਉਹਨੂੰ ਯੂਜ਼ ਕਰਨਾ ਚਾਹੀਦਾ ਡਿਵੈਲਪਰ, ਕਿਉਂਕਿ ਬਿਲਡਰ ਤਾਂ ਅਲੱਗ ਹੁੰਦੇ ਨੇ ਬਣਾਉਣ ਵਾਲੇ, ਡਿਵੈਲਪਰ ਹੁੰਦੇ ਨੇ ਵਿਚਾਰੇ ਜਿੰਨੇ ਵੀ ਵੱਡੇ ਮੈਟਮੀ ਸ਼ੈਟਮੀ ਜਿਹੜੇ ਇਹ ਸਾਰੇ ਡਿਵੈਲਪਰ ਨੇ। ਜਿੰਨੇ ਵੀ ਮੇਰੇ ਡਿਵੈਲਪਰ ਨਾਲ ਗੱਲਾਂ ਹੋਈਆਂ ਨੇ, ਇੰਨੀਆਂ ਮੀਟਿੰਗਸ ਹੋਈਆਂ ਨੇ ਸਰ, ਅੱਜ ਤੱਕ ਮੇਰੀ ਹਿਸਟਰੀ, ਮੇਰੀ ਰੀਅਲ ਸਟੇਟ ਇੰਨੀ ਮੀਟਿੰਗਸ ਕਦੀ ਨਹੀਂ ਹੋਈਆਂ। ਕਦੀ ਮੈਂ ਉਸ ਡਿਵੈਲਪਰ ਨੂੰ ਮਿਲ ਰਿਹਾ, ਕਦੀ ਉਹਨੂੰ ਮਿਲ ਰਿਹਾ, ਕਦੀ ਉਹਦੇ ਨਾਲ ਡਿਨਰ, ਕਦੀ ਉਹਦੇ ਨਾਲ ਲੰਚ, ਕਦੀ ਉਹਦੇ ਨਾਲ ਬ੍ਰੇਕਫਾਸਟ। ਸਰ ਇਹਨਾਂ ਨਾਲ ਗੱਲ ਕਰਨ ਦੇ ਬਾਅਦ ਇਹ ਗੱਲ ਕਰ ਰਹੇ ਨੇ ਕਿ ਅਸੀਂ 6 ਮਹੀਨੇ ਰੋਕੀ। ਹੁਣੇ ਮੇਰੀ ਰੀਸੈਂਟਲੀ ਇੱਕ ਡਿਵੈਲਪਰ ਨਾਲ ਗੱਲ ਹੋਈ, ਬੜਾ ਵੱਡਾ ਡਿਵੈਲਪਰ, ਉਹ ਕਹਿੰਦਾ ਹੈ ਕਿ ਮੈਂ ਹੁਣੇ ਲਾਂਚ ਕਰਨਾ ਹੀ ਕਰਨਾ ਹੈ ਅਕਤੂਬਰ ਵਿੱਚ। ਮੈਂ ਕਿਹਾ ਜੀ ਇਟ ਇਜ਼ ਨਾਟ ਏ ਰਾਈਟ ਟਾਈਮ ਟੂ ਲਾਂਚ। ਕਹਿੰਦਾ ਅਗਰ ਮੈਂ ਇਹਨੂੰ 6 ਮਹੀਨੇ ਲੇਟ ਕਰਤਾ ਲਾਂਚ ਨੂੰ, I will lose $20 million ਲੇਟ ਕਰਨ ਦੇ ਬਾਅਦ। ਮੈਂ ਕਿਹਾ ਕਿਉਂ? ਕਹਿੰਦਾ ਕਿਉਂਕਿ ਮੇਰੇ ਟ੍ਰੇਡ ਜਿਹੜੇ ਨੇ ਉਹ ਐਕਸਪਾਇਰ ਹੋ ਰਹੇ ਨੇ, ਔਰ ਨਵੇਂ ਟ੍ਰੇਡ ਦੇ ਅੰਦਰ ਮੈਨੂੰ ਇਸ ਬਿਲਡਿੰਗ ਅੰਦਰ $20 ਮਿਲੀਅਨ ਐਕਸਟਰਾ ਦੇਣਾ ਪੈ ਰਿਹਾ। ਆਈ ਹੈਵ ਨੋ। ਫਿਰ ਮੈਂ ਉਹਨੂੰ ਆਈਡੀਆ ਦਿੱਤਾ ਕਿ ਅਗਰ ਤੇਰਾ ਉਹਦੇ ਅੰਦਰ 6 ਲੱਖ ਯੂਨਿਟ ਬਣ ਰਿਹਾ ਤਾਂ 30,000 ਡਿਸਕਾਊਂਟ ਦੇ ਦੇ, ਜਾਂ ਉਹਨਾਂ ਆਪਣੇ ਜਿਹੜੇ ਕੰਟਰੈਕਟਰ ਨਾਲ ਉਹਦੇ ਨਾਲ ਨੈਗੋਸ਼ੀਏਟ ਕਰਕੇ ਤੂੰ ਵੀ ਅੱਧੇ ਕਮਾ ਲੈ, ਅੱਧੇ ਬਾਹਰ ਦੇ ਦੇ। ਇਹੋ ਜਿਹੀ ਗੱਲਾਂ ਰੋਜ਼ ਹੋ ਰਹੀਆਂ ਨੇ। ਬਿਲਡਰ ਡਿਵੈਲਪਰ ਬਣਾਉਣ ਨੂੰ ਤਿਆਰ ਨਹੀਂ ਹੈ ਘਰ। ਉਹ ਕਹਿੰਦਾ ਮੇਰੀ ਜ਼ਮੀਨ ਦੀ ਕੀਮਤ ਵੱਧ ਰਹੀ ਹੈ, ਵੱਧ ਜਾਏ, ਮੈਂ ਬਣਾਉਂਦਾ ਹੀ ਨਹੀਂ, ਮੈਂ ਲਾਸ ਖਾਣਾ ਵੈਸੇ ਥੋੜਾ ਜਾਣਾ। ਜਾਂ ਫਿਰ ਬਾਕੀਆਂ ਵਾਕਣ ਜਿਸ ਤਰ੍ਹਾਂ 17-18 ਜਿਹੜੇ ਉਹਨੇ ਫੇਲ ਹੋਏ ਨੇ ਰੀਸੈਂਟਲੀ, ਬਿਲਡਿੰਗ ਫੇਲ ਹੋਈਆਂ ਨੇ, ਜਾਂ ਉਹਨਾਂ ਵਾਕਣ ਬਣਾ ਦਿਓ ਤੇ ਫਿਰ ਬਾਅਦ ਫੇਲ ਹੋ ਜਾਓ। ਇਹ ਜਿਹੜੇ ਵੱਡੇ ਵੱਡੇ ਨਾਂ ਨੇ, ਕੈਮਰੋਸ, ਲੈਂਟਾਰਾ, ਗ੍ਰੇਟ ਗਲਫ, ਇਹ ਵੱਡੇ ਵੱਡੇ ਜਿਹੜੇ ਨਾਂ ਨੇ, ਐਮਬਲਮ, ਇਹ ਫੇਲ ਨਹੀਂ ਹੋਣਗੇ ਕਿਸੇ ਹਾਲਤ ਵਿੱਚ ਵੀ, ਉਹ ਬਣਾਉਣਾ ਬੰਦ ਕਰ ਦੇਣਗੇ। ਤੇ ਇਸ ਕਰਕੇ ਪ੍ਰਾइस शूट अप वापस करेगा ही करेगा। नोबडी कैन स्टॉप इट, नोबडी कैन स्टॉप इट। चाहे ना कटे फिर भी बैलेंस हो जाएगा जी। सप्लाई जिदा कार ऑटो चाह रहे जी, सप्लाई चेन इशू ऐप भी आएगा जी फिर आने वाले। जी 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 नजर आना शुरू हो गया है। मेरे ऑफिस के अंदर एक्टिविटी बहुत जबरदस्त स्टार्ट हो चुकी है, और हर रोज मेरे आके मेरे ऑफिस गल होती है, सर मेरी लिस्टिंग बिक गई, सर मैंने बाइंग कर ली, सर ये सर वो फलान ढिंगना। एवरी डे पिछले 10-12 दिन तो बड़ी वड्डी एक्टिविटी स्टार्ट हो चुकी है मेरे ऑफिस के अंदर। ਲਾਸਟ ਕੁਐਸਚਨ ਟੀਚਰ ਜੀ, ਤੁਹਾਨੂੰ ਜਿੱਦਾਂ ਆਪਣੇ ਜਿਨ੍ਹਾਂ ਦੀ ਕਲੋਜ਼ਿੰਗ 26 ਦੇ ਆਸ-ਪਾਸ ਹੈ, 26 ਜਿੱਦਾਂ ਐਮ ਕਾਉਂਟਰਸ ਨੇ, ਐਕਸਚੇਂਜ ਨੇ, ਇਹਨਾਂ ਦਾ ਫਿਊਚਰ ਤੁਸੀਂ ਕੀ ਦੇਖਦੇ ਹੋ ਕਿ ਬੜਾ ਪਰਸੈਂਟੇਜ ਨੀਚੇ ਜਾਣਗੇ, 10-20% ਉੱਪਰ ਜਾਣਗੇ, ਜਾਂ ਸੇਮ? ਹਲੇ ਭੁੱਲ ਜਾਓ ਸਰ, ਤੁਸੀਂ ਮੇਰੇ ਨਾਲ ਸੌਦਾ ਕਰ ਲਓ, ਤੁਸੀਂ ਅੱਜ ਮੇਰੇ ਨਾਲ ਅੱਜ ਸੌਦਾ ਕਰ ਲਓ, ਮੇਰੇ ਆਫਿਸ ਆ ਜਾਓ, ਮੈਂ ਤੁਹਾਨੂੰ ਐਗਰੀਮੈਂਟ ਬਣਾ ਲੈਣਾ, 10% ਪ੍ਰੋਫਿਟ ਦੋ ਤੁਸੀਂ ਮੈਨੂੰ ਦੇ ਦਿਓ। ਅੱਜ ਜਿੰਨੀਆਂ ਪ੍ਰਾਪਰਟੀਆਂ ਮਿਲ ਮੇਰੇ ਕੋਲ ਬੜੇ ਵੱਡੇ ਕੰਸੋਰਟੀਅਮ ਹੈਗੇ ਨੇ, ਬੜੇ ਸਾਡੇ ਗਰੁੱਪ ਹੈਗੇ ਨੇ, ਸਭ ਪੈਸਾ ਲੈ ਕੇ ਬੈਠੇ ਨੇ। ਤੁਸੀਂ 10% ਦਾ ਮੇਰੇ ਨਾਲ ਅੱਜ ਕੰਟਰੈਕਟ ਕਰ ਲਓ, ਮੈਂ ਤੁਹਾਨੂੰ ਕੰਟਰੈਕਟ ਕਰਨ ਨੂੰ ਤਿਆਰ ਹਾਂ। ਤੁਸੀਂ 8 ਲੱਖ ਦਾ ਲਿੱਤਾ, 8,80,000 ਮੇਰਾ ਅੱਜ ਕੰਟਰੈਕਟ ਕਰ ਲਓ। ਅੱਜ ਸਰ 26 ਦੀ ਗੱਲ ਕਰ ਰਹੇ ਹੋ, ਇਹਦੇ ਪ੍ਰਾਈਸ 23 ਹੀ ਠੀਕ ਹੋਣੇ ਸ਼ੁਰੂ ਹੋ ਜਾਣਗੇ। ਅਸੀਂ 26 ਤੋਂ ਬੜੀ ਦੂਰ ਦੀ ਗੱਲ ਕਰ ਰਹੇ ਹਾਂ ਸਰ। 23 ਯੂ ਆਰ ਨਾਟ ਫਾਰ ਅਵੇ। 23 ਸਤੰਬਰ ਦੇ ਬਾਅਦ ਇੰਟਰਸਟ ਨਹੀਂ ਲੈ ਕੇ ਚੱਲਦੇ, ਜਿੱਦਾਂ ਹਾਈਕ ਹੋ ਰਿਹਾ ਹੁੰਦਾ ਰਹੇ ਡਜ਼ਨਟ ਮੈਟਰ, ਕਿਉਂਕਿ ਸਾਨੂੰ ਆਦਤਾਂ ਪਈਆਂ ਨੇ ਨਾ ਫ੍ਰੀ ਖਾਣ ਦੀ, ਤੇ ਸਾਨੂੰ 5% 5.5% ਮਹਿੰਗਾ ਲੱਗ ਰਿਹਾ। 6% ਨੂੰ ਮੋਂਗਾ ਸਾਹਿਬ ਤੁਹਾਨੂੰ ਯਾਦ ਹੈ ਅਸੀਂ ਫ੍ਰੀ ਮਨੀ ਕਹਿੰਦੇ ਹੁੰਦੇ ਸੀਗੇ। 6% ਵਿਆਜ ਨੂੰ ਅਸੀਂ ਫ੍ਰੀ ਮਨੀ ਕਹਿੰਦੇ ਸੀ ਸਰ। ਜਿਸ ਤਰ੍ਹਾਂ ਇੰਡੀਆ ਦੇਖਦੇ ਸੀ ਨਾ, ਪਾਕਿਸਤਾਨ ਦੇ ਅੰਦਰ 22% ਇੰਟਰਸਟ ਔਰ ਇੰਡੀਆ ਦੇ ਅੰਦਰ 18% ਇੰਟਰਸਟ, ਜਦ ਇੱਥੇ ਦੇਖਦੇ ਸੀ 6%, ਜਦ ਅਸੀਂ ਮਜ਼ਾ ਆ ਗਿਆ 6% ਇੰਟਰਸਟ। ਹੁਣ ਉਹ ਮਜ਼ਾ ਵਾਲੀ ਗੱਲ ਇਸ ਕਰਕੇ ਖਤਮ ਹੋ ਗਈ ਕਿਉਂਕਿ ਸਾਨੂੰ 1% ਦੀ ਆਦਤ ਪੈ ਗਈ। ਇਹ ਲੋਕਾਂ ਨੂੰ ਆਦਤ ਪੈ ਗਈ ਹੈ ਸਰ, ਔਰ ਨਹੀਂ ਤਾਂ ਬਾਕੀ ਨੂੰ ਪੈਣ ਵਾਲੀ ਹੈ ਔਰ ਪੈ ਜਾਏਗੀ। ਵੀਲ ਬੀ ਯੂਜ਼ ਟੂ ਇਟ। ਹਾਲਾਂਕਿ ਇਹ ਲੋਕ ਕਹਿ ਰਹੇ ਨੇ, ਤਾਂ ਆਪ ਬੈਂਜਮਿਨ ਤਾਲ ਸਾਹਿਬ ਨੇ ਵੀ ਇਹ ਗੱਲ ਕਹੀ ਹੈ, CIBC ਨੇ ਵੀ ਇਹ ਗੱਲ ਦੱਸੀ ਹੈ, ਬੈਂਜਮਿਨ ਤਾਲ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਹ ਦੇਖ ਲੈਣਾ, ਇਹ ਮਿਡ ਆਫ 2023 ਨਾਲ ਇੰਟਰਸਟ ਥੱਲੇ ਜਾਣਾ ਸ਼ੁਰੂ ਹੋ ਜਾਏਗਾ। ਜਿਸ ਤਰ੍ਹਾਂ ਇਹਨਾਂ ਦੀ ਇਕਨੋਮੀ ਉਹ 2% ਦੀ ਗੱਲ ਉਹਨਾਂ ਮਨਾ ਕਰਤੀ, ਤਾਲ ਸਾਹਿਬ ਨੇ ਕਿਹਾ 2% ਭੁੱਲ ਜਾਓ, ਜਿਹੜਾ 23 ਕਹਿ ਰਹੇ ਨੇ, ਉਹ ਤਾਂ 24 ਤੱਕ ਵੀ ਆ ਜਾਏ ਤਾਂ ਬੜੀ ਵੱਡੀ ਗੱਲ ਹੈ। ਲੇਕਿਨ ਉਹ ਕਹਿੰਦੇ ਇੰਟਰਸਟ ਰੇਟ ਮਿਡਲ ਆਫ ਅੰਦਰ ਥੱਲੇ ਆਉਣਾ ਸ਼ੁਰੂ ਹੋ ਜਾਏਗਾ, ਔਰ ਨਿਊਟਰਲ ਰੇਟ ਦੇ ਉੱਤੇ ਆ ਕੇ 3% ਦੇ ਉੱਤੇ ਆ ਕੇ ਟਿਕੇਗਾ। ਮੈਂ ਕਹਿੰਦਾ 3 ਸਰ 4% ਤੇ ਵੀ ਅਗਰ ਆ ਜਾਏ ਤਾਂ ਆਈ ਵਿਲ ਬੀ ਵੈਰੀ ਹੈਪੀ। Interest rate is not a big thing at all. Stress factor, amortization is the biggest factor. Stress factor ਜਿਹੜਾ ਹੈਗਾ ਤੰਗ ਕਰ ਰਿਹਾ। ਇੰਟਰਸਟ ਤੁਹਾਨੂੰ ਮਿਲ ਰਿਹਾ 4% ਦੇ ਉੱਤੇ, ਉਹ ਤੁਹਾਨੂੰ ਅਪਰੂਵ ਕੀਤਾ ਜਾ ਰਿਹਾ 6% ਦੇ ਉੱਤੇ। ਤੁਹਾਡਾ ਪੈਸਾ ਤਾਂ ਵੈਸੇ ਹੀ 1/3 ਘੱਟ ਗਿਆ ਸਰ। ਤੇ ਜਿਸ ਤਰ੍ਹਾਂ ਸਟ੍ਰੈਸ ਦੇ ਉੱਤੇ ਬੜੀ ਸੀਰੀਅਸ ਗੱਲ ਚੱਲ ਰਹੀ ਹੈ, ਹਾਲਾਂਕਿ ਇਹਦੇ ਉੱਤੇ ਇੱਕ ਬਿਆਨ ਵੀ ਆ ਗਿਆ ਬੈਂਕ ਆਫ ਕੈਨੇਡਾ ਕਿ ਕਹਿੰਦੇ ਨਹੀਂ ਇਹਦੇ ਉੱਤੇ ਬਿਲਕੁਲ ਅਸੀਂ ਕੋਈ ਕਦਮ ਨਹੀਂ ਚੁੱਕਾਂਗੇ, ਪਰ ਇਹਨੂੰ ਥੋੜਾ ਲੀਨੀਅਰ ਜ਼ਰੂਰ ਕਰਨਗੇ, ਮੈਨੂੰ ਪਤਾ ਹੈ, ਮੇਰਾ ਮਨ ਕਹਿੰਦਾ। ਤੇ ਯੂ ਵਿਲ ਸੀ ਹਾਊ ਇਟ ਵਿਲ ਵਰਕ। ਜੀ ਇੱਥੇ ਕੁਐਸਚਨ ਹੋਰ ਪੀਕੇ ਦੀ ਉੱਠਦਾ ਹੈ ਕਿ ਪਹਿਲੇ 6-7-8% ਸੀਗੇ,
ਲੇਕਿਨ ਉਦੋਂ ਘਰਾਂ ਦੀ ਪ੍ਰਾਈਸ ਵੀ ਤਾਂ 4-5 ਤੱਕ ਸੀਗੀ, ਹੁਣ ਘਰਾਂ ਦੀ ਪ੍ਰਾਈਸ ਵੀ 1.5 2 ਮਿਲੀਅਨ 1 ਮਿਲੀਅਨ। ਤਾਂ ਉਸ ਵੇਟ ਦੇ ਉੱਤੇ 6-7% ਦੀ ਮੌਰਗੇਜ ਕਿੰਨਾ ਪ੍ਰੈਕਟੀਕਲੀ ਲੱਗਦਾ ਜੀ ਤੁਹਾਨੂੰ? ਸਰ ਦੇਖੋ, not far away, day before yesterday ਮੰਡੇ ਨੂੰ ਮੇਰੇ ਇੱਕ ਏਜੰਟ ਨੇ ਛੋਟੀ ਜਿਹੀ ਇਨਕਮ ਵਾਲੇ ਨੂੰ 5,15,000 ਦਾ ਮਕਾਨ ਲੈ ਕੇ ਦਿੱਤਾ ਹੈ। ਜ਼ਿਆਦਾ ਦੂਰ ਵੀ ਨਹੀਂ ਹੈ, ਮਿਲਟਨ ਵਿੱਚ ਮਿਲਦੇ ਨੇ ਮਕਾਨ। ਸਾਡੇ ਨੱਕ ਜਿਹੜੇ ਨਾ ਲੰਬੇ ਹੋ ਚੁੱਕੇ ਨੇ ਅਸਲ ਵਿੱਚ, ਮੈਂ ਜਦ ਹਲਕੀ ਗੱਲ ਕਰ ਰਿਹਾ, ਸਾਡੇ ਨਾ ਜਿਹੜਾ ਸਾਡੀ ਨਿਗਾਹਾਂ ਬੜੀ ਉੱਤੇ ਤੱਕ ਜਾ ਚੁੱਕੀਆਂ ਨੇ। ਸਾਨੂੰ ਨਾ ਗੱਲ ਪਤਾ ਕੀ ਹੈ, पहले तो हमें रहने वास्ते छत चाहिए, फिर आदमी जब छत में जाती कहते नहीं एक कमरा तो नहीं, बच्चे 2 हैं तो 2 चाहिए, फिर कहते नहीं 2 बच्चे दोनों को अलग अलग चाहिए, 3 कमरे चाहिए, 3 कमरे के बाद मेहमान भी तो आते हैं उनके लिए भी चाहिए, उसके बाद नहीं एक मेरे लिए भी तो प्राइवेसी के लिए लाइब्रेरी बंदे की ख्वाहिशां पूरी नहीं करती होंदियां, वो बंदे नूं मार देंदे ने। अगर अज भी तुसीं छत लेना चाहते हो 5-5 सवा 5 लगते तो घर मिलते हैं, पर नखरे दिखावट उठना बैठना कंपीटिशन ਇਹ ਸਾਨੂੰ ਜੀਣ ਨਹੀਂ ਦਿੰਦਾ, ਇਹ ਸਾਨੂੰ ਜੀਣ ਨਹੀਂ ਦਿੰਦਾ, ਜਿਸ ਕਰਕੇ ਅਸੀਂ ਨਹੀਂ ਲੈ ਪਾਉਂਦੇ। ਘਰ ਹੁਣ ਵੀ ਮਿਲਦੇ ਨੇ, ਮੈਂ ਤੁਹਾਨੂੰ ਦੱਸਿਆ ਨਾ ਜੀ। ਥੈਂਕ ਯੂ ਮਹਿੰਗਾ ਜੀ, ਥੈਂਕ ਯੂ ਜਸਵੀਰ ਜੀ, ਸੌਰੀ ਥੋੜਾ ਜ਼ਿਆਦਾ ਥੈਂਕ ਯੂ। ਹਾਂਜੀ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕੱਲ੍ਹ ਦੀਆਂ ਗੱਲਾਂ ਬੜੀਆਂ ਵਧੀਆ ਸੀਗੀਆਂ, ਟਾਈਮ ਬਹੁਤ ਉਹਨਾਂ ਲਿਆ। ਮੈਂ ਇਹਨਾਂ ਨਾਲ ਕਨਵੈਂਸ, ਮੈਂ ਸਬਰਵਾਲ ਸਾਹਿਬ ਤੇ ਦੂਸਰੇ ਭਾਜੀ, ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੈਗਾ। ਸਬਰਵਾਲ ਸਾਹਿਬ ਇੱਕ ਪਾਸੇ ਤੁਸੀਂ ਕਹੀ ਜਾਂਦੇ ਆ ਦਿਸ ਇਜ਼ ਡਿਊ ਟੂ ਫ੍ਰੀ ਮਨੀ, ਤੇ ਦੂਜੇ ਪਾਸੇ ਕਹੀ ਜਾਂਦੇ ਆ ਫ੍ਰੀ ਮਨੀ ਦੇ ਦੇਣਾ ਠੀਕ ਦਿੱਤਾ। ਇੱਕ ਪਾਸੇ ਕਹਿੰਦੇ ਦਿਸ ਇਜ਼ ਅ ਪ੍ਰੋਬਲਮ, ਪਾਰਟ ਆਫ ਦਾ ਪ੍ਰੋਬਲਮ ਜਿਹੜਾ ਗੌਰਮੈਂਟ ਨੇ ਜਿਹੜਾ ਪੈਸਾ ਦਿੱਤਾ ਉਹ ਤੁਸੀਂ ਕਹਿੰਦੇ ਦਿਸ ਇਜ਼ ਦਾ ਵਨ ਆਫ ਦਾ ਕਾਜ਼, ਤੇ ਦੂਜੇ ਪਾਸੇ ਕਹਿੰਦੇ ਉਹ ਠੀਕ ਦਿੱਤਾ। ਸੋ ਮਿਲਦੇ ਨਹੀਂ ਗਿਆ ਉਹਨਾਂ ਦੇ ਕਾਰਨ। ਮੈਂ ਦੋਨੋਂ ਪਾਸੇ ਪ੍ਰਾਪਰਟੀ ਵੱਲੋਂ ਯੈਸ ਫ੍ਰੀ ਮਨੀ ਦਿੱਤੀ ਹੈ, ਦੋਨੋਂ ਪਾਸੇ। ਮੈਂ ਤੁਹਾਡਾ ਸ਼ੋਅ ਸੁਣਦਾ ਰਹਿਣਾ, ਤੁਸੀਂ ਕਹਿੰਦੇ ਸੀ ਜਦੋਂ ਇਹ ਕੋਵਿਡ ਦਾ ਕ੍ਰਾਈਸਿਸ ਹੋਇਆ ਤੁਸੀਂ ਕਿਹਾ ਮੇਰੇ ਕੁਝ ਟੈਨੈਂਟ ਹੈਗੇ, ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਜੇ ਤੁਹਾਡੀ ਵਾਕਈ ਲੋੜ ਆ, ਤੁਹਾਨੂੰ ਜੋਬ ਤੁਹਾਡੀ ਚਲੀ ਗਈ ਆ, ਤੇ ਮੈਂ ਤੁਹਾਡਾ ਮੰਥਲੀ ਰੈਂਟ ਮਾਫ ਕਰ ਦੂੰਗਾ 1 ਮੰਥ ਦਾ। ਹਾਂ ਹੈ ਨਾ, 1 ਮੰਥ ਦਾ। ਯੈਸ ਮੈਂ ਕੀਤਾ ਹੈ। ਇਫ ਯੂ ਆਰ ਟਾਈਟ, ਤੇ ਗੌਰਮੈਂਟ ਨੂੰ ਤੁਸੀਂ ਕਹੀ ਜਾਂਦੇ ਤੁਸੀਂ ਸਾਰਿਆਂ ਨੂੰ ਫ੍ਰੀ ਮਨੀ ਦੇ ਦਿਓ, ਦੈਟਸ ਗੁੱਡ। ਕਿਉਂਕਿ ਹੋਲਡ ਔਨ, मैं थोड़ी कहता नाला जवाब दें सर, क्योंकि मैं ज़्यादा कंफ्यूजन हो जाएगी, सारी कंफ्यूजन हो जाएगी ना, इस करके मैं तुम्हें कहना चाहना अगर तुम याद हो नाल में जवाब दिया ताकि दोनों की गल्लां चलदियां रहणगियां आपस में। गवर्नमेंट ने जब ऐ किया कि टैनेंट जो है तुसीं बाहर नहीं कर सकते और तुहाडे कोल अगर पैसा नहीं है तुसीं डिले कर सकते हो, तो वाई शुड नॉट आई ऑफर टू माई टैनेंट। अगर मेरे एक मिनट लेट मी फिनिश फर्स्ट, जो अगला क्वेश्चन कर लेना। मेरा टैनेंट जिहदी जॉब नहीं हैगी, इस तो पहले कि वो डिफॉल्ट हो जाए और मेरे को अगला 4 साल तो बैठा हुआ है, मैं क्यों ना होता एक मेरा रेंट ਨੂੰ माफ कर दिया, और ओयो टैनेंट जिन्होंने माफ किए सीगे ओयो टैनेंट ਹੁਣ खुशी मेरे रेंट ਵਧਾ के अगे देते हैं और मेरे रिलेशन होर चंगे हो गए ने। क्यों ना किया जाए, इन्फ्लेशन की गल तो बाद ही आई है सर, उस वक्त मरन की गल्लां चल रही सीगियां, लोग सुसाइड कर रहे सीगे, कोविड तो मरे सीगे, इन्फ्लेशन होने शुरू हुई है 4-5 महीने तो। अच्छी तो गल कर रहे हैं 2 साल पुरानी सर, तुम दोनों गल्लां ਨੂੰ मिक्स कर रहे हो आपस ਵਿੱਚ। ਬਿਲਕੁਲ। अगला क्वेश्चन की है जी? ਅਗਲਾ ਕੁਐਸਚਨ ਇਹ ਹੈ, ਅਪਰੀਸ਼ੀਏਟ ਜੀ, ਤੁਸੀਂ ਬਹੁਤ ਵਧੀਆ ਕੰਮ ਕੀਤਾ। ਮੈਂ ਇਹੀ ਤੇ ਕਹਿੰਦਾ ਕਿ ਤੁਸੀਂ ਜਿੱਦਾਂ ਕੀਤਾ ਗਵਰਨਮੈਂਟ ਨੇ ਇਦਾਂ ਕਿਉਂ ਨਹੀਂ ਕੀਤਾ, ਜਿਹਨੂੰ ਲੋੜ ਸੀ ਉਹਨੂੰ ਪੈਸੇ ਦਿੰਦੇ, ਤੁਸੀਂ ਸਾਰਿਆਂ ਨੂੰ ਦੇ ਦਿੱਤੇ ਕਿਉਂਕਿ ਤੁਹਾਨੂੰ ਵੋਟਾਂ ਚਾਹੀਦੀਆਂ ਸੀ। ਦਿਸ ਇਜ਼ ਦਾ ਪ੍ਰੋਬਲਮ। ਗਲਤ ਸੀਗਾ, ਯੈਸ ਯੂ ਆਰ ਰਾਈਟ। ਹਾਂ ਉਹ ਗਲਤ ਸੀਗਾ, ਉਹਨੂੰ ਠੀਕ ਨਾ ਕੋ ਆਪਣੇ ਮੰਗਾ ਸਾਹਿਬ ਠੀਕ ਕਰ ਰਹੇ ਨਾ ਕਿ ਦੇ ਦੇਣਾ ਚਾਹੀਦਾ ਸੀ। ਦੂਸਰੇ ਪਾਸੇ ਇਹ ਆ ਆਪਾਂ ਗਵਰਨਮੈਂਟ ਦਾ ਹੀ ਦੂਜਾ ਰੂਲ ਆ, ਜੇ ਕੋਈ ਬੈਂਕਰਪਸੀ ਕਰਨੀ ਪੈਂਦੀ ਕਿਸੇ ਨੂੰ, ਸੇਮ ਬੰਦੇ ਨੂੰ, ਮੇਰੇ ਵਰਗੇ ਨੂੰ ਕੋਈ ਟਾਈਟ ਹੋ ਜਾਂਦਾ, ਉਹਦਾ ਦੇਖਿਆ ਜਾਂਦਾ ਲਿਆ ਵੀ ਤੇਰੇ ਬੈਂਕ ਅਕਾਊਂਟ ਦੇਖੀਏ ਤੇਰੀ ਜੋਬ ਹੈ ਨਹੀਂ, ਸਭ ਕੁਝ ਹੈ ਨਹੀਂ, ਤੇਰੇ ਸਾਰੇ ਅਕਾਊਂਟ ਖਾਲੀ ਆ, ਤਾਂ ਉਹਨੂੰ ਅਲਾਉਡ ਕਰਦੇ ਆ। ਇੱਥੇ ਸਾਰਿਆਂ ਨੂੰ ਪੈਸੇ ਦਿੱਤੇ, ਸਾਰਿਆਂ ਨੂੰ। ਹੁਣ ਜਿਹੜੇ ਬੰਦਿਆਂ ਨੂੰ ਪੈਸੇ ਦਿੱਤੇ ਉਹ ਪੈਸੇ ਕਿਉਂਕਿ ਉਹਨਾਂ ਨੂੰ ਸਰਪਲਸ ਮਨੀ ਸੀ, ਫ੍ਰੀ ਮਨੀ ਸੀ, ਉਹਨਾਂ ਕੋਲ ਸੀਗੇ, ਇਹਦਾ ਮਤਲਬ ਪੈਸੇ ਉਹਨਾਂ ਨੇ ਦੇ ਇਨਵੈਸਟਡ ਇਨਟੂ ਦਾ ਰੀਅਲ ਸਟੇਟ ਔਰ ਐਨੀਵੇਅਰ ਐਲਸ। ਤੇ ਉਹ ਪੈਸੇ ਜਿਹੜੇ ਮੇਜਰ ਫੈਕਟਰ ਸਰ ਪੈਸਾ ਨਹੀਂ ਸੀ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੇਜਰ ਫੈਕਟਰ ਸੀ ਲੋਐਸਟ ਇੰਟਰਸਟ ਰੇਟ, ਜਿਹਨੇ ਅਟਰੈਕਟ ਕੀਤਾ 70% ਆਫ ਦਾ ਇਨਵੈਸਟਰਸ। लो इंटरेस्ट रेट, फ्री मनी, ना कि फ्री मनी मतलब फ्री मनी का मतलब है नहीं कि फ्री मनी फ्रॉम गवर्नमेंट, फ्री मतलब फ्री मनी फ्रॉम द लेंडर। तो जो मॉर्गेज फ्री मिल गई 1% उत्ते, दैट वाज द मेन कॉज, ना कि फ्री मनी फ्रॉम द गवर्नमेंट। फ्री मनी फ्रॉम द जी गवर्नमेंट लोगों को मिली है, रोटी खाने वास्ते मिली सी, यस। उन्होंने कई ने अगे पीछे शरारतां करके पैसा जोड़ के प्रॉपर्टी ले लिया, यस हैगी सी वो भी कोई नंबर। लेकिन फ्री मनी इंटरेस्ट रेट की गल हो रही है कि फ्री जो इंटरेस्ट पैसा 1% 1.5% मिल गया, उन्हें जो तबाही जी लैके लोगों को पैसा मिल गया जी। सर मैं एक चीज कहना चाहूंगा उत्थे, एक मैं एक जवाब दे देवां सर, क्योंकि तुसी ये किया कि पंकज मोंगा जी ने किया कि
ਸਾਰਿਆਂ ਨੂੰ ਦੇ ਦੇਣਾ ਚਾਹੀਦਾ। ਤੁਸੀਂ ਨਾ ਪੀਕੇ ਜੀ ਨਾ ਹੁਣੇ ਰਿਕਾਰਡਿੰਗ ਹੈ, ਜਦੋਂ ਰਿਕਾਰਡਿੰਗ ਹੋ ਜਾਂਦੀ ਹੈ ਨਾ ਪੀਕੇ ਜੀ ਦੀ ਸਾਈਟ ਤੇ ਚਲੀ ਜਾਂਦੀ ਹੈ ਰਿਕਾਰਡਿੰਗ, ਤੁਸੀਂ ਰਿਕਾਰਡਿੰਗ ਦੁਬਾਰਾ ਸੁਣਿਆ ਜੇ। ਮੈਂ ਕਿਹਾ ਸੀਗਾ ਦੇਣਾ ਚਾਹੀਦਾ ਸੀਗਾ, ਸੁਣਦੇ ਰਹੋ ਤੁਸੀਂ, ਦੇਣਾ ਚਾਹੀਦਾ ਸੀ ਪੈਸਾ, ਲੇਕਿਨ ਜਿਨ੍ਹਾਂ ਨੇ ਗਲਤ ਲਿੱਤਾ ਉਹਨਾਂ ਨੂੰ ਹੁਣ ਵਾਪਸ ਵੀ ਲਿੱਤਾ ਜਾ ਰਿਹਾ। ਸੀਆਰਏ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਇਹ ਰਿਕਾਰਡਿੰਗ ਸੁਣਿਆ ਜੇ ਪੀਕੇ ਜੀ ਦੀ ਸਾਈਟ ਤੇ ਪਈ ਹੋਵੇਗੀ, ਤੇ ਤੁਸੀਂ ਗਲਤ, ਮੇਰੇ ਖਿਆਲ ਤੁਸੀਂ ਆਪਦੀ ਜਿਹੜੀ ਚਾਹ ਰਹੇ ਸੀ ਉਹ ਸੁਣ ਦਿੱਤੀ, ਉਹ ਬਾਕੀ ਗੱਲ ਨਹੀਂ ਸੁਣੀ ਮੇਰੀ। ਨਹੀਂ ਚਲੋ ਤੁਹਾਡੀ ਗੱਲ, ਚਲੋ ਮੈਂ ਕਰੈਕਸ਼ਨ ਕਰ ਲੈਣਾ, ਪਰ ਤੁਸੀਂ, ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਗਵਰਨਮੈਂਟ ਦਾ ਇੰਡੀਆ ਗਲਤ ਸੀ। ਹਰ ਬੰਦੇ ਨੂੰ ਪਹਿਲਾਂ ਪੈਸੇ ਦੇਤਾ, ਥੋੜਾ ਦੇਖ ਲੈਂਦੇ, ਜਿਹਨੂੰ ਲੋੜ ਆ ਪੱਕਿਆ ਉਹਨੂੰ ਦੇਣਾ ਚਾਹੀਦਾ ਸੀ, ਉਹਨੂੰ ਜ਼ਿਆਦਾ ਦਿੰਦੇ, ਇੰਟਰਸਟ ਫ੍ਰੀ ਦੇਣਾ ਚਾਹੀਦਾ ਸੀ, ਔਰ ਰੀਪੇਬਲ ਹੁੰਦਾ, ਤਾਂ ਕਿ ਹੁਣ ਸਾਨੂੰ ਜਿਹੜਾ ਅਸੀਂ $300 ਬਿਲੀਅਨ ਦਾ ਸਾਨੂੰ ਪਤਾ ਹੁੰਦਾ, ਅਸੀਂ ਉਹਨਾਂ ਬੰਦਿਆਂ ਤੋਂ ਵਾਪਸ ਲੈ ਲੈ, ਭਾਵੇਂ ਉਹਨਾਂ ਨੂੰ 5 ਸਾਲ ਦੇ ਗ੍ਰੇਸ ਪੀਰੀਅਡ ਦਿੰਦੇ, ਕਿ ਉਸ ਤੋਂ ਬਾਅਦ ਤੁਸੀਂ ਕਿਸ਼ਤਾਂ ਹੀ ਭਾਵੇਂ ਦਿੰਦੇ, ਤੁਹਾਨੂੰ ਪਤਾ ਤਾਂ ਹੁੰਦਾ ਹੀ। ਹੁਣ ਤੁਸੀਂ ਉਹ ਸਾਰਾ ਜਿਹੜਾ ਮਾਊਂਟੇਨ ਆਫ ਜਿਹੜਾ ਡਾਟਾ ਉਹ ਤੁਸੀਂ ਆਮ ਪਬਲਿਕ ਸਾਰੀ ਤੇ ਪਾਤਾ, ਔਰ ਦੂਸਰੇ ਪਾਸੇ on the one side you are sitting, government is sitting on the mountain of debt, ਔਰ ਦੂਜੇ ਪਾਸੇ ਜਿਹੜੇ ਕੋਰਪੋਰੇਟ ਸੈਕਟਰ ਆ they are sitting on the mountain of money, ਉਹਨਾਂ ਕੋਲ ਇੰਨਾ ਪੈਸਾ ਆ, ਔਰ ਜਦੋਂ ਉਹਨਾਂ ਨੂੰ ਬੇਲ ਆਊਟ ਦੀ ਲੋੜ ਸੀ ਉਦੋਂ ਵੀ ਟੈਕਸ ਪੇਅਰ ਦਾ ਮਨੀ ਦੇ ਕੇ ਬੇਲ ਆਊਟ ਕੀਤੀ ਗਈ। ਸੋ ਜਦੋਂ ਟੈਕਸ ਪੇਅਰ ਨੂੰ ਆਪ ਲੋੜ ਪਈ ਉਦੋਂ ਵੀ ਏਦਾਂ ਹੀ ਕਰਤਾ। ਮਤਲਬ ਕਿ ਦਿਸ ਇਜ਼ ਮਿਸਮੈਨੇਜਮੈਂਟ ਆਫ ਮਨੀ। ਇਹ ਮੈਂ ਕਹਿਣਾ ਚਾਹੁੰਦਾ ਵੀ ਗਵਰਨਮੈਂਟ ਦੀ ਇਹ ਸਾਰੀ ਮਿਸਮੈਨੇਜਮੈਂਟ, ਜਿਹੜਾ ਤੁਸੀਂ ਹੁਣ ਆਪਾਂ ਗੱਲ ਕਰ ਰਹੇ, ਆਪਾਂ ਹੁਣ ਸਟ੍ਰੈਸ ਦੀ ਗੱਲ, ਮੈਨੂੰ ਆ ਸਰ ਮੇਰੀ ਲਾਸਟ ਮੀਟਿੰਗ ਸੀ, ਸੌਰੀ ਟੌਪਿਕ ਵਿਚਾਰ ਹੈ, ਮੈਂ ਭੁੱਲ ਜਾਵਾਂਗਾ। ਲਾਸਟ ਮੀਟਿੰਗ ਮੇਰੀ ਮੀਟਿੰਗ ਸੀਗੀ ਲਾਸਟ ਬੈਂਜਾਮਿਨ ਟਰਾਲ ਸਾਹਿਬ ਨਾਲ, ਤੇ ਮੈਂ ਇਹੀ ਗੱਲ ਐਗਜ਼ੈਕਟਲੀ ਤੁਹਾਡੇ ਵਾਲੀ ਮੈਂ ਕੀਤੀ ਕਿ ਉਹਨਾਂ ਤੁਸੀਂ ਇਹਨਾਂ ਦਾ ਫੰਡ ਕਰ ਰਹੇ ਹੋ, ਕਹਿੰਦਾ ਨੋ ਪੀਕੇ, ਦੇ ਆਰ ਨਾਟ ਫੰਡਿੰਗ ਦਾ ਕਾਰਪੋਰੇਟ ਫॉर देयर बेनिफिट, ਦੇ ਵਾਂਟ ਟੂ ਸੇਵ thousands of employees, ਉਹਨਾਂ ਦੀ ਜੌਬ ਚਲੀ ਜਾਏਗੀ ਅਗਰ ਕੰਪਨੀ ਚਲੀ ਗਈ, ਤੇ ਉਹਨਾਂ ਦੀ ਜੌਬ ਬਚਾ ਰਹੇ, ਇਨਡਾਇਰੈਕਟਲੀ ਦੇ ਆਰ ਸੇਵਿੰਗ ਦਾ ਐਂਡ ਯੂਜ਼ਰ ਵਿਚ ਇਜ਼ ਵਾਟ the citizen of this country। एक आम आदमी अगर कारपोरेट चले जाते ने कि कारपोरेट अंदर 3-3, 4-4 हज़ार मिनिमम भी एम्पलॉय मन के चलो, इन्हां दी जॉब चले जाती है, ਇਹ हेल्प करके इन्हां दी जॉब ਨੂੰ ਸੇਵ ਕਰ ਰਹੇ ਨੇ। ਮੋਗਾ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਚ? ਸਰ ਤੁਸੀਂ ਨਾ 100% ਸਹੀ ਹੋ। ਇੱਕ ਹੋਰ ਬੜੀ ਵੱਡੀ ਚੀਜ਼ ਹੁੰਦੀ ਹੈ, ਇੱਕ ਕਾਰਪੋਰੇਟ ਚਲਾ ਜਾਵੇ, 3000 4000 EMPLOYee ਉਹਨਾਂ ਦੇ ਥੱਲੇ ਆ ਜਾਣ, ਉਹ ਬੇਰੋਜ਼ਗਾਰ ਹੋ ਜਾਣ, ਤਾਂ ਫਿਰ ਤਾਂ ਇੰਡੀਆ ਸੌਰੀ ਫਿਰ ਕੈਨੇਡਾ ਨੇ ਪੇ ਕਰਨਾ, EI ਤੇ ਆ ਜਾਣਗੇ ਸਾਲ ਵਾਸਤੇ, ਨਾਲੇ ਉਹ ਸੈਕਿੰਡ ਅਸੀਂ ਤਾਂ ਪੈਸਾ ਪੇ ਕਰਨਾ ਹੀ ਕਰਨਾ ਹੈ। ਇਸ ਤੋਂ ਚੰਗਾ ਕਾਰਪੋਰੇਟ ਬਚਾਈ ਰੱਖੋ, ਤਾਂ ਕਿ ਉਹ ਉਹਦੇ ਦੀ ਸੈਲਰੀ ਦਿੰਦਾ ਰਹੇ, ਉਹਨਾਂ ਦਾ ਸਾਰਾ ਕੰਮ ਕਰਦਾ ਰਹੇ, ਥੋੜਾ ਦੇਣਾ ਪਏਗਾ ਉਹਨਾਂ ਨੂੰ, ਨਹੀਂ ਤਾਂ ਅਸੀਂ 4000 ਨੂੰ EI ਦਿੰਦੇ ਫਿਰਾਂਗੇ ਸਾਲ ਵਾਸਤੇ। ਸੋ ਪੈਸਾ ਤਾਂ ਤੁਹਾਡਾ ਹੀ ਲੱਗਣਾ ਸੀਗਾ, ਬਲਕਿ ਗਵਰਨਮੈਂਟ ਨੇ ਪੈਸਾ ਬਚਾਇਆ, ਉਹਨਾਂ ਨੂੰ ਦੇ ਕੇ ਪੈਸਾ ਆਪਣਾ ਬਚਾਇਆ ਹੈ, ਕੰਮ ਤੇ ਲਗਾਇਆ ਹੈ। ਇੱਕ ਗੱਲ ਹੋਰ ਜਵਾਬ ਦੇ ਦੇਵਾਂ ਇੱਥੇ, 에ਅਰ ਕੈਨੇਡਾ ਨੂੰ ਪੈਸਾ ਦਿੱਤਾ ਗਿਆ ਸੀਗਾ, ਲੋਨ ਦਿੱਤਾ ਗਿਆ ਸੀ, ਪੈਸਾ ਨਹੀਂ ਦਿੱਤਾ ਗਿਆ ਸੀ। ਜਿਹੜੇ ਕਾਰਪੋਰੇਸ਼ਨ ਨੂੰ ਪੈਸਾ ਦਿੱਤਾ ਗਿਆ ਉਹ ਐਜ਼ ਏ ਲੋਨ ਦਿੱਤਾ ਗਿਆ ਸਰ। ਉਹ ਲੋਨ ਵਾਪਸ 에ਅਰ ਕੈਨੇਡਾ ਨੇ ਬਲਕਿ ਉਸ ਲਾਈਨ ਆਫ ਕ੍ਰੈਡਿਟ ਨੂੰ ਯੂਜ਼ ਵੀ ਨਹੀਂ ਕੀਤਾ, ਜਿਹੜੀ ਦਿੱਤੀ ਗਈ ਸੀ ਉਹਨਾਂ ਨੇ ਉਹਨੂੰ ਬਿਨਾਂ ਯੂਜ਼ ਕੀਤੇ ਉਹ ਬਾਹਰ ਨਿਕਲ ਗਏ ਨੇ। ਵੈਸਟਜੈਟ ਵਗੈਰਾ ਉਹਨਾਂ ਨੇ ਕੀਤਾ ਹੈ, ਲੇਕਿਨ ਇਹ ਸਾਰਾ ਪੈਸਾ ਵਾਪਸ ਆਏਗਾ। ਅਸੀਂ ਲੋਨ ਦਾ ਇੰਟਰਸਟ ਵੀ ਹੈਗਾ। ਬਿਲਕੁਲ ਤੇ ਇਹ ਲੋਨ ਜਿਹੜਾ ਆਮ ਪਬਲਿਕ ਨੂੰ ਕਿਉਂ ਨਹੀਂ ਦਿੱਤਾ ਗਿਆ, ਮੈਂ ਉਹੀ ਕਹਿੰਦਾ, ਕਿਉਂ ਜਿਹੜਾ ਬੰਦਾ ਨੇ 40,000 ਡਾਲਰ ਲੈ ਲਿਆ, ਉਹ ਉਹਨਾਂ ਨੂੰ ਵੀ ਮੈਂ ਕਹਿੰਦਾ ਲੋਨ ਵੀ ਉਹਨਾਂ ਨੂੰ ਫ੍ਰੀ ਦੇ ਦਿੰਦੇ, ਉਹਨਾਂ ਨੂੰ ਸਿਰਫ ਇਹਨਾਂ ਕਹਿੰਦੇ ਤੁਸੀਂ ਮੂਲ ਵਾਪਸ ਕਰਦੇ ਹੋ, ਤਾਂ ਤੁਹਾਡੇ ਸਰ ਹਲੇ ਵੀ ਸਰ 40,000 60,000 ਵਾਪਸ ਕਰਨਾ ਉਹਨਾਂ ਨੇ। ਨਹੀਂ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਦੈਟਸ ਪਾਰਟ ਆਫ ਦਾ ਮਨੀ, ਬਟ ਇਨ ਦਾ ਜਨਰਲ ਜਿਹੜਾ ਸਾਰਿਆਂ ਨੂੰ 2-2000 ਦਿੱਤਾ, ਜਿਹਦੇ ਵਿੱਚ ਲੋਕੀ ਘਰ ਬੈਠੇ ਰਹਿ ਗਏ, ਲੋਕਾਂ ਕਹਿੰਦੇ ਪੈਸੇ ਆ ਰਹੇ, 2000 ਉਦਾਂ ਹੀ ਕਮਾਉਂਦੇ ਸੀ ਤੇ ਹੁਣ ਇਦਾਂ ਹੀ ਆ ਰਿਹਾ। ਉਹ ਲੋਕੀ ਬਹੁਤ ਪੈਸਾ ਲੋਕਾਂ ਨੇ ਮੇਰਾ ਕਹਿੰਦਾ ਮੈਨੂੰ ਵੇਸਟ ਹੋਇਆ। ਦੀ ਗੱਲ ਕਰਦੇ ਹਾਂ 21 ਸੈਕਿੰਡ ਹਾਂਜੀ ਸੁਖਵਿੰਦਰ ਜੀ, ਇਸ ਗੱਲ ਨੂੰ ਅਸੀਂ ਇੱਕ ਕਰਕੇ ਐਡਰੈਸ ਕਰ ਲਈਏ। ਜਿਹੜੀ ਅਸੀਂ ਇਹ ਗੱਲ ਕਰ ਰਹੇ ਨੇ ਨਾ ਕਿ ਉਸ ਵੇਲੇ ਗਵਰਨਮੈਂਟ ਕੋਲ ਕੋਈ ਐਸਾ ਟੂਲ ਨਹੀਂ ਸੀਗਾ, ਕਿਉਂਕਿ ਇਸ ਟਾਈਮ ਜਦੋਂ ਐਮਰਜੈਂਸੀ ਆਈ ਹੈ ਗਵਰਨਮੈਂਟ ਕੋਲ ਕੋਈ ਐਸਾ ਟੂਲ ਨਹੀਂ ਸੀਗਾ ਕਿ ਜਿਹਦੇ ਤੋਂ ਕਿ ਅਸੀਂ ਇਹ ਪਤਾ ਲਗਾਉਂਦੇ ਕਿ ਕਿਹਨੂੰ ਪੈਸੇ ਦੇਣੇ ਚਾਹੀਦੇ ਕਿਹੜੇ ਨਹੀਂ ਦੇਣੇ ਚਾਹੀਦੇ। ਠੀਕ ਹੈ, ਗਵਰਨਮੈਂਟ ਕੋਲ ਕੋਈ ਟੂਲ ਨਹੀਂ ਸੀਗਾ, ਪਹਿਲਾ ਪੁਆਇੰਟ। ਦੂਸਰਾ ਪੁਆਇੰਟ, ਕਿਉਂਕਿ ਦੂਸਰਾ ਪੁਆਇੰਟ ਇਹ ਬੜਾ ਇੰਪੋਰਟੈਂਟ ਹੈ ਕਿ ਗਵਰਨਮੈਂਟ ਨੇ ਜਿਹੜਾ $2,000 ਦਿੱਤਾ ਨਾ, ਠੀਕ ਹੈ, ਗਵਰਨਮੈਂਟ ਨੇ ਜਿਹੜਾ ਇੱਥੇ ਇਨ ਗੁੱਡ ਫੇਥ ਦਿੱਤਾ, ਗਵਰਨਮੈਂਟ ਨੇ ਜਿਹੜਾ $2,000 ਦਿੱਤਾ ਇੱਕ ਗੁੱਡ ਫੇਥ ਦੇ ਵਿੱਚ ਦਿੱਤਾ ਕਿ ਠੀਕ ਹੈ ਜਿਹਨੂੰ ਜ਼ਰੂਰਤ ਹੈ, ਜੇ ਤੁਹਾਡਾ ਕੰਮ ਨਹੀਂ ਚੱਲ ਰਿਹਾ। ਔਰ ਸਰ ਆਪਣੇ ਬਹੁਤ ਸਾਰੇ ਐਸੇ ਲੋਕ ਨੇ, ਬਹੁਤ ਸਾਰੇ ਆਪਣੇ ਐਸੇ ਲੋਕ ਨੇ ਜਿਨ੍ਹਾਂ ਨੇ ਨਹੀਂ ਲਿਆ ਪੈਸਾ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ। ਅੱਛਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਜਦੋਂ ਤੁਹਾਡੀ ਰਿਟਰਨ ਭਰਨੀ ਹੈ ਤੁਸੀਂ ਜੇ ਰਿਟਰਨ ਦੇ ਵਿੱਚ ਭਰੋਗੇ, ਸਾਰਾ ਰੈਵਨਿਊ ਕ੍ਰੈਡਿਟ ਤੁਹਾਨੂੰ ਫੌਰਨ ਪਕੜ ਲੈਣਾ, ਪੈਸਾ ਸਾਰਾ ਕੋਈ ਕੈਸ਼ ਤੋਂ ਹੀ ਟ੍ਰਾਂਜੈਕਸ਼ਨ ਹੋਈ ਹੈ। ਤੁਸੀਂ ਰਿਟਰਨ ਭਰੋਗੇ ਜੀ ਆਹ ਸਾਲ ਦੇ ਵਿੱਚ ਮੇਰੀ ਇਨਕਮ $1 ਲੱਖ ਰਹੀ ਹੈ, ਠੀਕ ਹੈ, 2020 ਦੇ ਵਿੱਚ। ਤੁਸੀਂ ਕਿੱਦਾਂ ਜਸਟੀਫਾਈ ਕਰੋਗੇ ਜੀ ਮੈਂ ਸਰਕਾਰ ਤੋਂ ਜੇ 2000 ਤੁਸੀਂ 4 ਮਹੀਨੇ ਵੀ ਲੈ ਲਿਆ, $8,000 ਲੈ ਲਿਆ, ਠੀਕ ਹੈ, ਤੁਸੀਂ ਕਹੋ ਜੀ ਮੈਂ 8,000, ਤੁਸੀਂ ਕਿੱਦਾਂ ਜਸਟੀਫਾਈ ਕਰੋਗੇ $1 ਲੱਖ ਤੁਹਾਡੀ ਇਨਕਮ $8,000 ਫੌਰਨ ਤੁਹਾਡੇ ਤੋਂ ਰਿਕਵਰ ਕਰਨੀ ਹੈ, ਫੌਰਨ ਰਿਕਵਰੀ ਹੋ ਰਹੀ ਹੈ ਉਹਨਾਂ ਦੀ।
ਸੋ ਇਸ ਲਈ ਸਰਕਾਰ ਨੂੰ ਪਤਾ ਸੀ ਇਸ ਵੇਲੇ ਟੂਲ ਨਹੀਂ ਹੈ, ਅਸੀਂ $2,000 ਦੇ ਰਹੇ ਹਾਂ ਮਹੀਨੇ ਦਾ, ਠੀਕ ਹੈ। ਜਿਹਦੇ ਬੰਦੇ ਦੀ 4,000 ਵੀ ਨੌਕਰੀ ਹੈ, 3,000 ਤੇ ਵੀ ਕੋਈ ਬੰਦਾ ਕੰਮ ਕਰ ਰਿਹਾ, ਉਹ ਤੁਹਾਨੂੰ ਕੀ ਲੱਗਦਾ ਉਹ ਕੰਮ ਛੱਡ ਕੇ $2,000 ਲੈ ਲਊਗਾ? ਜਿਹੜੇ ਬੰਦੇ ਦੀ ਜੌਬ ਹੈ, ਬੰਦਾ ਕਹਿੰਦਾ ਜੀ ਮੇਰੇ ਕੋਲ 3,000 ਦੀ ਨੌਕਰੀ ਲੱਗੀ ਹੋਈ ਹੈ, ਠੀਕ ਹੈ, ਸਿੰਪਲ ਜੀ ਐਗਜ਼ਾਮਪਲ ਦੇ ਰਿਹਾ, ਉਹ ਬੰਦਾ ਕਿਉਂ ਆਪਣੀ ਜੌਬ ਛੱਡ ਕੇ 2,000 ਲਏਗਾ? ਹਾਂ ਜੀ, ਉਹਨੇ 2,000 ਲੈ ਵੀ ਲਏ ਹੋਣਗੇ, ਫਰਜ਼ ਕਰੋ ਜੀ ਉਹਨੇ 2,000 ਲੈ ਲਏ, ਉਹਦਾ ਸਾਫ਼ ਪਤਾ ਲੱਗ ਰਿਹਾ ਜੀ 3,000 ਤੇ ਭਾਈ ਸਾਹਿਬ ਤੁਸੀਂ ਤਾਂ ਕੰਮ ਕਰ ਰਹੇ ਸੀ, ਤੁਹਾਡਾ ਪੇਰੋਲ ਸ਼ੋਅ ਕਰ ਰਿਹਾ ਕਿ ਤੁਸੀਂ ਇਹਨਾਂ ਮਹੀਨਿਆਂ 'ਚ ਕੰਮ ਕੀਤਾ, ਤੁਸੀਂ ਕਿਉਂ ਲਏ ਜੀ ਪੈਸੇ? ਦੱਸੋ, ਤੁਹਾਨੂੰ ਦੱਸਣਾ ਪਏਗਾ। ਜੇ ਤੁਹਾਡੀ ਮਹੀਨੇ ਦੀ ਇਨਕਮ ਹੈ ਸਰ, ਜਿੰਨੇ ਬੰਦੇ ਜੌਬ ਕਰ ਰਹੇ ਨੇ ਉਹਨਾਂ ਨੂੰ ਦੱਸਣਾ ਪਏਗਾ ਕਿ ਹਾਂਜੀ ਤੁਹਾਡੀ ਇਨਕਮ ਜਿਹੜੀ ਉਹ ਇਸ ਸਮੇਂ ਆ ਰਹੀ ਸੀਗੀ। ਬਿਲਕੁਲ ਜਦਵੀਰ ਜੀ, ਬਿਲਕੁਲ ਸਹੀ ਗੱਲ, ਪਰ ਮੈਂ ਵੀ ਇਸੇ ਗੱਲ ਤੇ ਆਉਣਾ ਚਾਹੁੰਦਾ, ਜੇ ਜਦਵੀਰ ਨੇ ਨਹੀਂ ਲਏ ਤੇ ਮੈਂ ਲਏ ਤੇ ਮੈਂ ਵਾਪਸ ਕਰਦਾ, ਮੇਰੇ ਤੋਂ ਪੁੱਛਿਆ ਜਾਂਦਾ ਮੇਰੀ ਜੌਬ ਹੈ ਨਹੀਂ, ਮੈਨੂੰ ਦੇ ਦਿੰਦੇ। ਜਦਵੀਰ ਕਿਉਂ ਨਹੀਂ ਹੈਗਾ? ਬੈਂਕ ਸਟੇਟਮੈਂਟ ਲਿਆਓ, ਜਿੱਥੋਂ ਪੈਸੇ ਦਿੰਦੇ ਉੱਥੋਂ ਤੁਹਾਡੀ ਬੈਂਕ ਸਟੇਟਮੈਂਟ ਲਿਆਓ, ਹੈ ਨਹੀਂ ਪੈਸਾ। ਜਿੱਦਾਂ ਤੁਸੀਂ ਇੰਸੋਲਵੈਂਸੀ ਕਰਦੇ ਆ, ਸਾਰਾ ਕੁਝ ਤੁਸੀਂ ਦੇਖਦੇ ਆ, ਪ੍ਰੋਪਰਟੀ ਹੈ ਨਹੀਂ, ਬੈਂਕ 'ਚ ਕੋਈ ਪੈਸਾ ਹੈ ਨਹੀਂ, RSP ਹੈ ਨਹੀਂ, ਕੁਝ ਵੀ ਹੈ ਨਹੀਂ, ਤੇ ਦਿੰਦੇ ਜੇ ਮੈਂ ਪੈਸੇ ਲਏ ਉਹਦੇ ਪੈਸੇ ਜਦਵੀਰ ਕਿਉਂ ਦੇਵੇ? ਸਾਰਿਆਂ ਕੋਲ ਰਿਕਵਰ ਹੋ ਰਹੇ ਨੇ, ਸਾਰਾ ਰਿਕਵਰ ਹੋਣੇ ਚਾਹੀਦੇ ਨੇ ਉਹਨਾਂ ਸਾਰਿਆਂ ਕੋਲੋਂ, ਜਿਨ੍ਹਾਂ ਨੇ ਪੈਸੇ ਗਲਤ ਲਏ ਨੇ ਉਹਨਾਂ ਕੋਲੋਂ ਰਿਕਵਰ ਹੋ ਰਹੇ ਨੇ ਔਰ ਰਿਕਵਰ ਹੋਣਗੇ। ਐਸਾ ਨਹੀਂ ਕਿ ਉਹਨਾਂ ਤੋਂ ਕਵਰ ਨਹੀਂ ਹੋਣਗੇ। ਹਾਂ, ਕੁਝ ਲੂਪ ਹੋਲਸ ਹਮੇਸ਼ਾ ਹੀ ਰਹਿੰਦੇ ਨੇ। ਕੋਈ ਵੀ ਤੁਸੀਂ ਦੁਨੀਆ ਦੇ ਵਿੱਚ ਕੋਈ ਸਿਸਟਮ ਪਰਫੈਕਟ ਨਹੀਂ ਹੈ। ਤੁਸੀਂ ਕਹੋ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਕਿਤੇ ਵੀ ਕੋਈ ਸਿਸਟਮ ਪਰਫੈਕਟ ਨਹੀਂ ਹੈ। ਥੋੜੇ ਬਹੁਤੇ ਲੂਪ ਹੋਲਸ ਰਹਿਣਗੇ, ਪਰ ਬਾਏ ਐਂਡ ਲਾਰਜ ਜਿਹੜੇ ਪੈਸੇ ਨੇ ਉਹ ਰਿਕਵਰ ਹੋ ਰਹੇ ਨੇ, ਠੀਕ ਹੈ ਨੀ? ਜਿਹੜੇ ਬਾਏ ਐਂਡ ਲਾਰਜ ਪੈਸੇ ਰਿਕਵਰ ਹੋ ਜਾਣਾ ਜੀ। ਇੱਕ ਮਿੰਟ ਬਸ, ਉਸ ਤੋਂ ਬਾਅਦ ਚਲੋ ਥੈਂਕ ਯੂ ਵੈਰੀ ਮਚ, ਬਹੁਤ ਟਾਈਮ ਹੋ ਗਿਆ। ਜਿਹੜੀ ਆਪਾਂ ਗੱਲ ਕਰਦੇ ਹਾਂ ਸਟ੍ਰੈਸ ਟੈਸਟ ਦਾ ਵੀ ਮੈਨੂੰ ਹਾਸਾ ਆਉਂਦਾ, ਕਿਹੜਾ ਸਟ੍ਰੈਸ ਟੈਸਟ? ਸਾਰਾ ਦੇ ਇੱਥੇ ਅਪਰੂਵ ਹੋਣ ਡਿਆ। ਜੇ ਸਟ੍ਰੈਸ ਟੈਸਟ ਸਖਤੀ ਨਾਲ ਲਾਗੂ ਕੀਤਾ ਹੁੰਦਾ ਤਾਂ ਇਹ ਪ੍ਰੋਬਲਮ ਨਹੀਂ ਆਉਣੀ ਸੀ। सर एक मिनट होल्ड करो, किस तरह मेरा रोज का काम है, किस तरह तुम कह रहे हो सारे अप्रूव हो जा रहे हैं? अगर कोई 2 नंबर के कागज दिखा अप्रूव कर रहे थे, तुझे कोई मैं ताला लगाया थी, चोरी को की थी। स्ट्रेस टेस्ट का मतलब स्ट्रेस टेस्ट है पूरा लागू हो रहा है सर। तुझे अगर बी लेंडर को जा रहे हो या प्राइवेट लेंडर को जा रहे हो, उत्ते स्ट्रेस का होता ही नहीं है। वही कहना 2 नंबर के पेपर लाके अप्रूव हो रहे, कौन तो कर दे ना, वो फिर ਅਸੀਂ ਚੋਰਾਂ ਨੂੰ ਕਿਦਾਂ ਰੋਕਾਂਗੇ? ऐसे ਹੁਣੇ ਇਹਨਾਂ ਨੇ ਕਿਹਾ ਇਨ ਗੁੱਡ ਫੇਥ, ਸਾਰੀ ਗੱਲਾਂ ਰੂਲ ਬਣੇ ਨੇ, ਰੂਲ ਨੂੰ ਤੋੜਨ ਵਾਲੇ ਤੇ ਨਲਾਇਕ ਬੈਠੇ ਹੋਏ ਨੇ। ਸਟ੍ਰੈਸ ਟੈਸਟ ਲਾਗੂ ਹੋ ਰਿਹਾ। ਜਿਹੜਾ ਬੰਦਾ ਆਂਦਾ ਕਿ ਜੀ ਮੈਂ ਕਾਗਜ਼ ਬਣਾ लेगा, मेरे अंदर बढ़ना भी लाउड नहीं है, मेरे ऑफिस के अंदर घुसना भी लाउड नहीं है। नहीं गवर्नमेंट इज कस्टोडियन ऑफ ऑल द थिंग्स। जिन्ने लाइसेंस होल्डर है गवर्नमेंट ने लाइसेंस दिते, उन्होंने लाइसेंस कैंसिल करो, दे कैन चेक। सर तुम की लगता तुसी पूरी स्टडी नहीं की? सैकड़ों लोग बंद पे ने किंगस्टर जेल के अंदर, बंद पे ने, केस से चल रहा अलग है, सस्पेंड अलग ने, टर्मिनेट अलग ने, और जेल के अंदर भी बंद पे ने। तुम पढ़ो सही, गूगल से करो, देखो तो जाके तो पता चलता है रोज कितने बंदे बंद हो रहे हैं। फर्क अज भी मैं तुहानू दसदा, इत्थे 1% लैके 2% लैके मोर्गेजेस अप्रूव हो रही है। सर मैं कल मना कर रहे हैं, फड़े भी जा रहे हैं। मैं कहूँ जी कि मैं तुम आज भी दस देना चोरी हो रही है, मैं कदम मना कर रहा कि चोरी नहीं हो रही। लोगों ने अलार्म लगाए फिर भी चोरी हो रही है, चोरी हो रही है। ये पैसे कितने बाहरों थोड़ा आते हैं, बैंक अप्रूव कर दिया, लैंडर अप्रूव करते, लीगली सारा कुछ। मेरी गल नहीं समझ आ रही। मैं कह रहा रूल है कि नहीं, अगर बंदा फ्लाउट कर रहा है, तोड़ रहा है, तो गवर्नमेंट का की कसूर? रोज फड़े जा रहे हैं, रोज ऑडिट हो रहा है, रोज देखे जाते हैं, रोज सारा काम बन जाएगा। और तुझे कोई चोरी क्यों हुई? हूँ चोर के घर जाके पूछे तू की चोरी भाई? कोई मैं तो ताला लगाया जी, चोरी को की भी? चोर का काम ताला थोड़ा है, उन्हें ताला तोड़ने वास्ते ताला तो तारे सारे वर्गे शाह लोगों को लगा वास्ते है, चोरों वास्ते ताला नहीं होता। जो रूल है ने उन्होंने वास्ते नहीं है कि जिन्हें चोरी करनी है। चलो सर, दिस इज अ बिग प्रॉब्लम एक्चुअली। जी थैंक यू। ठीक है जी, गलबात अगले हफ्ते जी जारी रहेगी। असी 12:30 तक करना होगा शो, सो ऑलरेडी 10-11 मिनट ऊपर हो गए ने। सो मैं चाहूंगा कि पीके जी जान तो पहला कोई प्रोजेक्ट या कोई भी जानकारी और एनी रियल स्टेट मैं कहूँगा तुझे रियल स्टेट नीड यू कैन कॉन्टैक्ट मी एट प्रेजेंट। डिजाइन डिस्ट्रिक्ट में सामने नंबर 1 प्रोजेक्ट चल रहा है, हालांकि उन्होंने थोड़े जी यूनिट और रिलीज किए थे साढ़े वास्ते, प्लस एक वेरी हाई एंड प्रोजेक्ट जिसके अंदर मैं तुहानू स्मॉलेस्ट 2 बेडरूम भी मिलियन थोड़ा उत्ते लैके दे सकना, लेकिन उत्ते हाई जो यूनिट ने 8-8 मिलियन वाले ने। जूश एरिया है सारा, बाथर्स्ट आइलैंड वाला एरिया बहुत हाई एंड बहुत हूज सारे उत्ते रहंदे ने, मल्टी मिलियन के उत्ते घर है ने। वो भी मेरे को बड़े बड़े इंसेंटिव लैके आया। अगर तुम रियली अपनी रिटायरमेंट लाइफ उत्ते बिताना चाहते हो या इन्वेस्टमेंट हाई एंड करना चाहते हो, प्लस होर भी बड़े सारे प्रोजेक्ट है साढ़े कोल, बहुत बड़े इंसेंटिव है। यू कैन कॉन्टैक्ट मी 647-299-4757। आई रिपीट 647-299-4757, और यू कैन विजिट teamsabarwal.com। थैंक यू वेरी मच युद्धवीर जी। थैंक यू सर, थैंक यू ਤੁਹਾਡਾ ਪੀਕੇ ਜੀ ਔਰ ਪੰਕਜ ਜੀ। ਬੜੀ ਪੇਸ਼ੈਂਟਲੀ ਤੁਸੀਂ ਸਾਰੀ ਗੱਲਬਾਤ ਸੁਣਦੇ ਹੋ ਔਰ ਹਰ ਚੀਜ਼ ਦਾ ਆਪਾਂ ਬੜੇ ਆਰਾਮ ਦੇ ਨਾਲ ਸਾਰਾ ਜਿਹੜਾ ਜਵਾਬ ਹੈ ਉਹ ਤੁਸੀਂ ਦਿੰਦੇ ਹੋ, ਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਗਲੇ ਹਫਤੇ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ।